फिर कर बैसो हर जन प्यारे, सतगुर तुमरे काज संवारे। आओ दुष्ट दूत परमेश्वर मारे, जन की पैज रखी करतारे। बादशाह शाह सब वस कर दीने, अमृत नाम महारस पीने। निरपौ होए भजो भगवान, साध संगत मिल कीनो दान। शरण परे प्रभु अंतरजामी, नानक ओट पकरी प्रभु स्वामी। थिर कर बैसो हर जन प्यारे, सतगुर तुमरे काज संवारे। सतनाम श्री वाहिगुरु साहिब जीओ। सतनाम श्री वाहिगुरु साहिब जीओ। आषाढ़ तपंदा तिस लगै हर नाहना जिना पास, जगजीवन पुरख त्याग कै मानस संधि आस। सतगुਰਾਂ ਦੀ ਪਿਆਰੀ ਸਾਜੀ ਨਵਾਜੀ ਸਾਧ ਸੰਗਤ ਜੀਓ। ਗੁਰਬਾਣੀ ਵਿਚਾਰ ਦੇ ਪਤਵੰਤੇ ਸਤਵੰਤੇ ਗੁਰਮੁਖ ਜਨੋ, ਆਪਾਂ ਆਪਣੀ ਤੁੱਛ ਬੁੱਧੀ ਅਨੁਸਾਰ 12 ਮਹਾਮਾਝ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਬਖਸ਼ਿਆ ਹੋਇਆ ਉਹਦੀ ਵਿਚਾਰ ਕਰ ਰਹੇ ਹਾਂ। ਆਸ਼ਾੜ ਤਪੰਦਾ ਤਿਸ ਲੱਗੈ ਹਰ ਨਾਹਨ ਜਿਨਾ ਪਾਸ। ਹਾੜ ਦਾ ਮਹੀਨਾ ਉਹਨੂੰ ਤਪਦਾ ਲੱਗਦਾ ਜਿਨ੍ਹਾਂ ਦੇ ਕੋਲ ਪਤੀ ਪਰਮੇਸ਼ਰ ਨਹੀਂ ਹੁੰਦਾ, ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਹੁੰਦਾ। ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਿਹੜੇ ਲੋਕ ਰੱਬ ਨੂੰ, ਜੀਵਨ ਦਾਤੇ ਨੂੰ ਛੱਡ ਕੇ ਮਨੁੱਖਾਂ ਦੀ ਆਸ ਕਰਦੇ, ਉਹਨਾਂ ਨੂੰ ਅਸ਼ਾੜ ਦਾ ਮਹੀਨਾ ਤਪਦਾ ਲੱਗਦਾ। ਦੁਇ ਭਾਏ ਬਿਗੁਚੀਐ ਗਲ ਪਈ ਸੋ ਜਮ ਕੀ ਫਾਸ। ਦੂਜੇ ਭਾਅ ਦੇ ਵਿੱਚ ਉਹ ਖੁਆਰ ਹੁੰਦੇ, ਗਲ ਵਿੱਚ ਜਮਾਂ ਦੀ ਫਾਂਸੀ ਪਈ ਰਹਿੰਦੀ ਹੈ। ਦੂਜਾ ਭਾਅ ਡੁਐਲਟੀ, ਪਰਮਾਤਮਾ ਤੋਂ ਬਿਨਾਂ ਸਭ ਕੁਛ ਦੂਜਾ। ਜਿਹਾ ਬੀਜੈ ਸੋ ਲਾਉਣਾ ਮੱਥੈ ਜੋ ਲਿਖਿਆ। ਜਿਹੋ ਜਿਹਾ ਬੰਦਾ ਬੀਜਿਆ ਵਾ ਹੁੰਦਾ ਪਹਿਲਾਂ, ਉਹੋ ਜਿਹਾ ਉਹਦੇ ਮੱਥੇ 'ਤੇ ਲਿਖਿਆ ਵਾ ਹੁੰਦਾ। ਉਸ ਤਰ੍ਹਾਂ ਦਾ ਹੀ ਉਹ ਕਰਮ ਕਰਦਾ। ਕਿਰਤ ਕਰਮ ਉਸੇ ਨੂੰ ਕਹਿੰਦੇ। ਰਹਿਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ। ਰਾਤ ਬੀਤ ਗਈ ਜ਼ਿੰਦਗੀ ਦੀ, ਜਿਵੇਂ ਰਾਤ ਬੀਤ ਜਾਵੇ, ਕੋਈ ਬੀਬੀ ਦਾ ਮਿਲਾਪ ਨਾ ਵਸਲ ਨਾ ਹੋਵੇ ਪਤੀ ਨਾਲ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਰੂਪੀ ਰਾਤ ਬੀਤ ਜਾਂਦੀ ਹੈ ਔਰ ਅਸੀਂ ਨਿਰਾਸ਼ ਹੋ ਕੇ ਇੱਥੋਂ ਇੱਕਣੇ ਚਲੇ ਜਾਂਦੇ। ਰੱਬ ਦਾ ਵਸਲ, ਰੱਬ ਦਾ ਮਿਲਾਪ ਨਸੀਬ ਨਹੀਂ ਹੁੰਦਾ। ਜਿਨ ਕੋ ਸਾਧੂ ਭੇਂਟੀਐ ਸੋ ਦਰਗਾਹ ਹੋਏ ਖਲਾਸ। ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਉਹਨਾਂ ਨਾਲ ਭੇਂਟ ਹੋ ਜਾਂਦੀ ਹੈ, ਉਹੀ ਦਰਗਾਹ ਦੇ ਵਿੱਚ ਖਰੇ ਉਤਰਦੇ ਆ, ਖਲਾਸ ਹੋ ਜਾਂਦੇ ਆ, ਮੁਕਤ ਹੋ ਜਾਂਦੇ। ਦੂਜਾ ਕੋਈ ਮੁਕਤ ਨਹੀਂ ਹੁੰਦਾ। ਦੇਖੋ ਸਾਧ ਸੰਗਤ ਜੀ, ਉਹ ਭੇਂਟੀਏ ਦਾ ਜ਼ਿਕਰ ਫੇਰ ਆ ਰਿਹਾ। ਜਿਹਨੇ ਨਹੀਂ ਗੁਰਬਾਣੀ ਨੂੰ ਬਹੁਤ ਅੰਦਰ ਤੋਂ ਅਧਿਐਨ ਕਰਿਆ ਹੋਇਆ, ਉਹਨਾਂ ਨੂੰ ਇਹ ਭੇਂਟਣਾ ਸ਼ਬਦ ਜਾਂ ਹਉਮੈ ਦਾ ਸ਼ਬਦ, ਕੱਲ੍ਹ ਵੀ ਵਿਚਾਰ ਕਰੀ ਸੀ, ਇਹ ਵਾਰ-ਵਾਰ ਦੁਹਰਾਉਣੇ ਚੰਗੇ ਨਹੀਂ ਲੱਗਦੇ, ਕਿਉਂਕਿ ਅੰਦਰ ਹਉਮੈ ਬੈਠੀ ਹੈ, ਉਹਦੇ ਪਰ ਸੱਟ ਵੱਜਦੀ ਹੈ। ਪਰ ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਵਾਰ-ਵਾਰ ਆ ਰਹੀਆਂ, ਸੱਟ ਮਾਰਨ ਖਾਤਰ ਆ ਰਹੀਆਂ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ ਜੀ, ਉਹ ਆਪਣੀ ਕਿਰਪਾ ਕਰਦੇ, ਤੇਰੇ ਦਰਸ਼ਨਾਂ ਦੀ ਪਿਆਸ ਬਣ ਜੇ, ਅੰਦਰ ਤਾਂਘ ਹੋ ਜੇ, ਬਿਰਹਾ ਮਹਿਸੂਸ ਹੋ ਜੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਤੇਰੇ ਤੋਂ ਬਿਨਾਂ ਹੋਰ ਹੈ ਕੌਣ। ਪੰਚਮ ਪਾਤਸ਼ਾਹ ਇਹ ਅਰਦਾਸ ਕਰਦੇ ਆ ਵੀ ਤੇਰੇ ਤੋਂ ਬਿਨਾਂ ਹੋਰ ਕੌਣ ਹੈ ਸਾਡਾ। ਕਿਸੇ ਵੀ ਹੋਰ ਮਨੁੱਖ ਨੇ, ਕਿਸੇ ਦੇਵੀ ਦੇਵਤੇ ਨੇ ਨਾਲ ਨਹੀਂ ਖੜਨਾ ਹੈ, ਤੂੰ ਹੀ ਨਾਲ ਚੱਲਣ ਵਾਲਾ। ਤੇਰੇ ਅੱਗੇ ਅਰਦਾਸ ਹੈ। ਆਸ਼ਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਉਸੇ ਨੂੰ ਸੁੰਦਰ ਸੋਹਣਾ ਲੱਗਦਾ ਹੈ, ਸੁਹਾਵਣਾ ਲੱਗਦਾ ਹੈ
ਜਿਹਦੇ ਮਨ ਵਿੱਚ ਹਰੀ ਦੇ ਚਰਨਾਂ ਦਾ ਨਿਵਾਸ ਹੁੰਦਾ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ। ਹੁਣ ਸਾਵਣ ਦੇ ਮਹੀਨੇ ਦੀ ਵਿਚਾਰ ਸ਼ੁਰੂ ਕਰਦੇ। ਸਰਸਣਾ, ਸਰਸਣਾ ਹੁੰਦਾ ਰਸਾਂ ਵਾਲਾ ਹੋਣਾ, ਖਿੜ ਜਾਣਾ। ਸਾਵਣ ਦੇ ਮਹੀਨੇ ਵਿੱਚ ਔਰਤ ਸਰਸਦੀ ਹੈ। ਕਿਹਦਾ? ਔਰਤ ਮੀਨਸ ਆਪਾਂ ਸਾਰੇ ਜਿਹੜੇ, ਜੇ ਕੋਈ ਸੰਤ ਲੋਕ ਬਣ ਜੇ ਤਾਂ ਜਿਨ੍ਹਾਂ ਦਾ ਚਰਨ ਕਮਲਾਂ ਦੇ ਨਾਲ ਪਿਆਰ ਪੈ ਜਾਂਦਾ, ਉਹ ਸਰਸਦਾ। ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ। ਮਨ ਵੀ ਤਨ ਵੀ ਸੱਚੇ ਦੇ ਰੰਗ 'ਚ ਰੰਗਿਆ ਜਾਂਦਾ ਹੈ। ਕੇਵਲ ਇੱਕ ਨਾਮ ਉਹਨਾਂ ਦਾ ਆਧਾਰ ਬਣ ਜਾਂਦਾ, ਹੋਰ ਇਸ ਤੋਂ ਬਿਨਾਂ ਕੋਈ ਚੀਜ਼ ਨਹੀਂ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾ। ਇਹ ਜਿਹੜੇ ਮਾਇਆ ਦੇ ਰੰਗ ਹੈ, ਇਹ ਸਭ ਝੂਠੇ ਨਜ਼ਰ ਆਉਣ ਲੱਗ ਜਾਂਦੇ। ਇਹ ਸਭ ਸੁਆਹ ਹੈ, ਮਿੱਟੀ ਹੈ, ਇਹਨਾਂ ਨੇ ਨਾਲ ਨਹੀਂ ਜਾਣਾ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ। ਜੇ ਗੁਰੂ ਦੀ ਕਿਸੇ ਪੂਰੇ ਮਹਾਂਪੁਰਸ਼ ਦੀ ਸੰਗਤ ਮਿਲ ਜਾਏ, ਉਹਨੂੰ ਅਸੀਂ ਭੇਂਟ ਕਰ ਲਈਏ, ਫਿਰ ਇਹ ਅੰਮ੍ਰਿਤ ਬੂੰਦ ਜਿਹੜੀ ਹੈ ਮਿਲ ਸਕਦੀ ਹੈ ਨਾਮ ਵਾਲੀ। ਬਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ। ਹਰ ਇੱਕ ਤ੍ਰਿਣ ਦਰਖਤ ਬਣ ਸਭ ਪ੍ਰਭੂ ਦੇ ਸੰਗ ਮੌਲਦੇ ਆ ਸਾਵਣ ਦੇ ਮਹੀਨੇ 'ਚ, ਕਿਉਂਕਿ ਵਰਖਾ ਪੈਂਦੀ ਹੈ, ਵਰਖਾ ਦੇ ਨਾਲ ਹਰੇ ਭਰੇ ਹੁੰਦੇ। ਉਹ ਸਮਰੱਥ ਪੁਰਖ ਹੈ। ਐਸੇ ਤਰੀਕੇ ਨਾਲ ਜਿਹਨੂੰ ਨਾਮ ਦੀ ਪ੍ਰਾਪਤੀ ਹੋ ਜੇ, ਉਹ ਵੀ ਮੌਲਦਾ। ਫਿਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ। ਮਨ ਤਾਂ ਬਹੁਤ ਕਰਦਾ ਰੱਬ ਨੂੰ ਮਿਲਣ ਨੂੰ, ਲੇਕਿਨ ਜਿਹੜੀ ਉਹਦਾ ਕਰਮ ਹੈ, ਉਹਦਾ ਜਿਹੜਾ ਸਾਡੇ ਉੱਤੇ ਇਨਾਇਤ ਹੈ, ਬਖਸ਼ਿਸ਼ ਹੈ, ਮਿਹਰ ਹੈ, ਉਸ ਤੋਂ ਬਿਨਾਂ ਉਹ ਮਿਲਦਾ ਨਹੀਂ। ਉਹੀ ਉਹਨੂੰ ਮਿਲਾਉਣ ਵਾਲਾ ਹੈ। ਸਾਡੇ ਯਤਨਾਂ ਨਾਲ ਨਹੀਂ ਮਿਲਦਾ। ਉਹ ਕੋਸ਼ਿਸ਼ ਸਾਡੀ ਹੈ, ਲੇਕਿਨ ਮਿਲਾਉਣ ਵਾਲਾ ਉਹ ਆਪ ਹੈ। ਆਪ ਆ ਕੇ ਮਿਲਦਾ ਉਹ। ਸਾਧ ਸੰਗਤ ਜੋ ਅਕਸਰ ਦੇਖਿਆ ਜਾਂਦਾ ਹੈ, ਇੱਕ ਦਿਨ ਕੋਈ ਸਿੰਘ ਜ਼ਿਕਰ ਵੀ ਕਰਦਾ ਸੀ ਗਰੁੱਪ 'ਚ ਵੀ ਜਿਹੜੇ ਅੰਮ੍ਰਿਤਧਾਰੀ ਹੋ ਗਏ ਹੈ, ਔਰ ਜਿਹੜੇ ਰੋਜ਼ ਸਿਮਰਨ ਤਾਂ ਨਹੀਂ, ਚਲੋ ਜਪ ਕਰਦੇ ਆ ਨਿਤਨੇਮ ਦਾ, ਬਈ ਉਹ ਸਾਰੇ ਮੁਕਤ ਹੈ। ਸਾਧ ਸੰਗਤ ਜੀ, ਇਹ ਇੱਕ ਖੁਸ਼ਫਹਿਮੀ ਹੋ ਸਕਦੀ ਹੈ। ਅੱਛਾ ਕਰਮ ਹੈ, ਸ਼ੁਰੂਆਤ ਹੈ, ਲੇਕਿਨ ਸ਼ੁਰੂਆਤ ਨੂੰ PhD ਮੰਨ ਕੇ ਬੈਠ ਜਾਣਾ, ਫਿਰ ਇਹ ਖੁਸ਼ਫਹਿਮੀ ਤੋਂ ਬਿਨਾਂ ਹੋਰ ਕੁਛ ਨਹੀਂ ਹੈ। ਇੱਕ ਜਗ੍ਹਾ ਮਸਕੀਨ ਜੀ ਨੇ ਜ਼ਿਕਰ ਕਰਿਆ ਵੀ ਲਤਾ ਮੰਗੇਸ਼ਕਰ ਦੀ ਆਵਾਜ਼ ਕਿੰਨੀ ਮਿੱਠੀ ਹੈ, ਕਿੰਨੇ ਉਹਨੇ ਗੀਤ ਗਾਏ ਹੈ, ਸਭ ਦੁਨੀਆ ਉਹ ਤੋਂ ਪ੍ਰਭਾਵਿਤ ਹੈ। ਲੇਕਿਨ ਮੀਰਾ ਬਾਈ ਦਾ ਜਿਹੜਾ ਭਜਨ ਸੀਗਾ, ਭਾਵੇਂ ਆਵਾਜ਼ ਉਨੀ ਮਿੱਠੀ ਨਾ ਹੋਵੇ, ਭਾਵੇਂ ਸੁਰ ਤਾਲ ਵੀ ਨਾ ਹੋਵੇ, ਪਰ ਜਿਹੜਾ ਰਸ ਉਹਦੇ ਵਿੱਚ ਹੈ, ਉਹਦੇ ਉੱਤੇ ਲੱਖਾਂ ਹੀ ਲਤਾ ਮੰਗੇਸ਼ਕਰਾਂ ਕੁਰਬਾਨ ਕਰੀਆਂ ਜਾ ਸਕਦੀਆਂ। ਆਹ ਚੀਜ਼ ਜੇ ਸਮਝ ਆ ਜੇ ਬੰਦੇ ਨੂੰ, ਤਾਂ ਇਹ ਆਉਂਦੀ ਨਹੀਂ ਹੈ। ਬੰਦਾ ਸਮਝਦਾ ਹੁਣ ਮੈਂ ਨਿਤਨੇਮ ਕਰਦਾ, ਬਸ ਮੈਂ ਹੁਣ ਪੂਰਾ ਹੋ ਗਿਆ। ਭਾਈ ਕਰਮ ਧਰਮ ਤਾਂ ਕਰਨਾ ਹੀ ਕਰਨਾ, ਪਰ ਐਂ ਨਹੀਂ ਸਮਝ ਲੈਣਾ ਵੀ ਹੁਣ ਅਸੀਂ ਪੂਰੇ ਹੋ ਗਏ। ਪੂਰੇ ਦਾ ਘਰ ਬਹੁਤ ਦੂਰ ਹੈ। ਜੋ ਸਾਨੂੰ ਪੰਜ ਪਿਆਰੇ ਆਦੇਸ਼ ਕਰਦੇ ਨਿਤਨੇਮ ਦਾ, ਉਹਨੂੰ ਫਿਰ ਆਪਣੇ ਉੱਪਰ ਲਾਗੂ ਵੀ ਕਰਨਾ। ਜਿਵੇਂ ਮਸਕੀਨ ਜੀ ਨੇ ਇੱਕ ਹੋਰ ਉਦਾਹਰਨ ਦਿੱਤੀ ਹੈ ਵੀ ਇੱਕ ਪਾਸੇ ਬਾਬਾ ਅਤਰ ਸਿੰਘ ਜੀ ਕੀਰਤਨ ਕਰਦੇ ਆ, ਦੂਜੇ ਪਾਸੇ ਕੋਈ ਐਸਾ ਰਾਗੀ ਸਿੰਘ ਜਿਹਨੂੰ ਸੁਰਾਂ ਤਾਲ ਦਾ ਪੂਰਾ ਗਿਆਨ ਹੋਵੇ, ਉਹ ਕੀਰਤਨ ਕਰਦਾ, ਆਵਾਜ਼ ਵੀ ਸੁਰੀਲੀ ਹੋਵੇ, ਪਰ ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ। ਬਾਬਾ ਅਤਰ ਸਿੰਘ ਜੀ ਚਾਹੇ ਉਹਨਾਂ ਕੋਲ ਸੁਰ ਤਾਲ ਵੀ ਘੱਟ ਹੋਣ, ਪਰ ਉਹਨਾਂ ਦੇ ਕੀਰਤਨ 'ਚ ਜਿਹੜਾ ਰਸ ਹੈ, ਉਹਨਾਂ ਦਾ ਕੀਰਤਨ ਜੋ ਕੁਛ ਹੈ, ਉਹਦੇ ਉੱਤੇ ਲੱਖਾਂ ਹੋਰ ਦੁਨਿਆਵੀ ਜਿਹੜੇ ਕੀਰਤਨ ਕਰਨ ਵਾਲੇ ਉਹ ਕੁਰਬਾਨ ਕਰੇ ਜਾ ਸਕਦੇ। ਕਿਉਂਕਿ ਜਿਹੜੀ ਉਹ ਚੀਜ਼ ਹੈ, ਉਹ ਤਾਂ ਬਹੁਤ ਵਿਰਲੀ ਹੈ। ਹਰ ਬੰਦਾ ਉਸ ਦਾ ਨਹੀਂ ਹੋ ਸਕਦਾ, ਕੋਈ ਵਿਰਲਾ। ਕੋਟ ਮਦੇ ਕੋ ਜਨ ਅਪਾਰ। ਸਮਝ ਆ ਜਾਵੇ ਜੇ ਇਸ ਗੱਲ ਦੀ, ਮੁਬਾਰਕ ਹੈ ਸਾਰੇ ਜਿਹੜੇ ਗੁਰੂ ਦੇ ਰਸਤੇ 'ਤੇ ਤੁਰੇ ਹੋਏ ਹੈ, ਪਰ ਜਿਹੜਾ ਉਹਨੂੰ ਮਿਲ ਗਿਆ, ਉਹਦੀ ਰੀਸ ਕਿਆ ਕਰੂਗਾ? ਨਹੀਂ ਕਰ ਸਕਦਾ। ਜੇ ਬਗਲੇ ਕਹਿਣ ਵੀ ਅਸੀਂ ਹੰਸਾਂ ਦੀ ਬਰਾਬਰ ਆ ਗਏ ਹਾਂ, ਡੁੱਬ ਮੂਏ ਬਗ ਬੱਪੜੇ ਸਿਰ ਧਰ ਉੱਪਰ ਪਾਉ, ਉਹ ਬਾਤ ਹੈ। ਕੋਸ਼ਿਸ਼ ਕਰਨੀ ਬਣਦੀ ਹੈ, ਠੀਕ ਹੈ, ਪਰ ਇਹ ਗੱਲ ਨੂੰ ਜ਼ਰੂਰ ਮਨ 'ਚ ਖਿਆਲ ਰੱਖਣਾ ਚਾਹੀਦਾ ਵੀ ਜੋ
ਜਿਹਨੂੰ ਨਾਮ ਪ੍ਰਾਪਤੀ ਹੋ ਗਈ ਉਹਦੀ ਬਰਾਬਰੀ ਨਹੀਂ ਕਰੀ ਜਾ ਸਕਦੀ, ਉਹ ਵਿਰਲਾ ਹੁੰਦਾ ਕੋਈ। ਜਿਨੀ ਸਖੀਏ ਪ੍ਰਭ ਪਾਇਆ ਹੋਂ ਤਿਨ ਕੈ ਸਦ ਬਲਿਹਾਰ। ਜਿਨ੍ਹਾਂ ਸਖੀਆਂ ਨੇ ਪ੍ਰਭੂ ਨੂੰ ਪਾਇਆ ਹੈ, ਹੋਂ ਤਿਨ ਕੈ ਸਦ ਬਲਿਹਾਰ, ਮੈਂ ਉਹਨਾਂ ਦੇ ਹਮੇਸ਼ਾ ਹੀ ਬਲਿਹਾਰ ਜਾਵਾਂ। ਜਿਹੜੇ ਸੰਗਤੀਆਂ ਨੇ ਪਰਮਾਤਮਾ ਨੂੰ ਪਾ ਲਿਆ, ਉਹਨਾਂ ਦੇ ਬਲਿਹਾਰ ਜਾਣ ਦੀ ਗੱਲ ਕਰ ਰਹੇ ਗੁਰੂ ਨਾਨਕ ਸਾਹਿਬ। ਉਸ ਗੁਰਸਿੱਖ ਦੇ ਕੁਰਬਾਨ ਜਾਣ ਦੀ ਉਹਦੇ ਧੂੜ ਮੰਗਦੇ ਆ ਜਿਹੜੇ ਨੇ ਅੰਦਰ ਨਾਮ ਪ੍ਰਗਟ ਹੋ ਚੁੱਕਿਆ। ਸਿੱਖ ਤਾਂ ਬਹੁਤ ਹੈ, ਗੁਰੂ ਸਾਹਿਬ ਦੇ ਸਮੇਂ ਵੀ ਬਹੁਤ ਸੀਗੇ, ਹੁਣ ਵੀ ਬਹੁਤ ਹੈ, ਸਾਰੇ ਮੁਬਾਰਕ ਹੈ। ਜਿਹੜੇ ਚੱਲੇ ਹੋਏ ਆ ਤਾਂਘ ਹੈ ਉੱਧਰ ਨੂੰ ਮਿਲਣ ਦੀ, ਉਹ ਵੀ ਮੁਬਾਰਕ ਹੈ, ਕਿਉਂਕਿ ਉਹਦੀ ਤਾਂਘ ਹੋਣੀ ਹੀ ਬਹੁਤ ਬੜਾ ਇੱਕ ਮਨ ਨੂੰ ਸਾਫ਼ ਕਰਨ ਦਾ ਯਤਨ ਬਣ ਜਾਂਦਾ। ਜੇ ਤਾਂਘ ਵੀ ਨਾ ਹੋਵੇ, ਜਿਵੇਂ ਮਸਕੀਨ ਜੀ ਫਰਮਾਉਂਦੇ ਨਾ ਵੀ ਬੱਤੀ ਵੀ ਹੋਵੇ, ਦੀਵਾ ਵੀ ਹੋਵੇ, ਇੱਕ ਪਾਸੇ ਬੁਝਿਆ ਵਾ ਹੋਵੇ, ਇੱਕ ਪਾਸੇ ਜਗਦਾ ਹੋਵੇ, ਦੋਹਾਂ ਦੇ ਵਿੱਚ ਬਹੁਤ ਅੰਤਰ ਹੈ। ਹਾਲਾਂਕਿ ਦੋਹਾਂ ਦੀ ਬਾਹਰਲੀ ਬਣਤਰ, ਵਜਨ, ਤੋਲ ਸਭ ਇੱਕ ਹੋਏਗਾ, ਬੁਝੇ ਹੋਏ ਦਾ ਵੀ, ਜਗਦੇ ਦਾ ਵੀ, ਪਰ ਜਗਦੇ ਵਾਲੇ ਦੀ ਰੀਸ ਬੁਝਿਆ ਵਾ ਦੀਵਾ ਨਹੀਂ ਕਰ ਸਕਦਾ। ਦੇਖਣ ਨੂੰ ਬਾਹਰਲਾ ਸਾਰਾ ਕੁਝ ਉਸ ਤਰ੍ਹਾਂ ਦਾ ਹੀ ਹੁੰਦਾ। ਨਾਨਕ ਹਰਿ ਜੀ ਮਇਆ ਕਰ ਸ਼ਬਦ ਸਵਾਰਨ ਹਾਰ। हे ਵਾਹਿਗੁਰੂ ਜੀਓ, ਕਿਰਪਾ ਕਰੋ, ਆਪਣੀ ਮਇਆ ਕਰੋ, ਸ਼ਬਦ ਦੇ ਰਾਹੀਂ ਸਾਨੂੰ ਤੁਸੀਂ ਸਵਾਰਨ ਹਾਰੇ ਹੈ, ਸਵਾਰ ਦੋ। ਨਾਮੇ ਲਾਏ ਨਾਨਕ ਨਾਮੇ ਲਾਏ ਸਵਾਰਿਆਨ, ਸ਼ਬਦੇ ਲਏ ਮਿਲਾਏ, ਸ਼ਬਦੇ ਦੇ ਮਿਲਾਏ। ਸ਼ਬਦ ਦੇ ਰਾਹੀਂ ਮਿਲਾ ਲਓ ਤੇ ਸ਼ਬਦ ਤੇ ਨਾਮ ਦੇ ਰਾਹੀਂ ਨਖਾਰ ਦਿਓ, ਇਹ ਸਾਡੀ ਯਾਚਨਾ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰਹਾਰ। ਜਿਨ੍ਹਾਂ ਦੇ ਗਲੇ ਦੇ ਵਿੱਚ, ਹਿਰਦੇ ਦੇ ਵਿੱਚ ਰਾਮ ਦੇ ਨਾਮ ਦਾ ਹਾਰ ਪੈ ਗਿਆ ਹੈ, ਉਹੀ ਸੁਹਾਗਣੀ ਹੈ, ਦੂਜੀ ਸੁਹਾਗਣੀ ਨਹੀਂ ਹੈ। ਭਾਵੇਂ ਪਤੀ ਨੂੰ ਖੁਸ਼ ਕਰਨ ਖਾਤਰ 16 ਸ਼ਿੰਗਾਰ ਕਰਕੇ ਉਹ ਵੀ ਬੈਠਦੀ ਹੈ, ਨਜ਼ਰ ਉਸ ਤਰ੍ਹਾਂ ਦੀ ਉਹ ਆਉਂਦੀ ਹੈ, ਫਰਕ ਕੋਈ ਨਜ਼ਰ ਨਹੀਂ ਆਉਂਦਾ। ਸੁਹੱਪਣ ਹੋ ਸਕਦਾ ਉਹਦੇ ਕੋਲ ਜ਼ਿਆਦਾ ਹੋਵੇ, ਪਰ ਸੁਹਾਗਣੀ ਉਹ ਹੈ ਜਿਹਦੇ ਅੰਦਰ ਰਾਮ ਦਾ ਨਾਮ ਪ੍ਰਗਟ ਹੋ ਗਿਆ। ਭਾਦੋਂਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਹੁਣ ਭਾਦੋਂ ਦੇ ਮਹੀਨੇ ਦੀ ਵਿਚਾਰ ਕਰਵਾ ਰਹੇ ਹਾਂ ਵਾਹਿਗੁਰੂ। ਭਾਦੋਂ ਦੇ ਮਹੀਨੇ ਵਿੱਚ ਸਮਝਾ ਰਹੇ ਸਾਨੂੰ ਵੀ ਅਸੀਂ ਭਰਮ ਦੇ ਵਿੱਚ ਪਏ ਹੋਏ ਹਾਂ, ਦੂਜੇ ਦੇ ਨਾਲ ਲੱਗ ਕੇ, ਡੁਐਲਿਟੀ ਵਿੱਚ। ਘਰ ਹੀ ਮਾਹੇ ਦੂਜੇ ਭਾਏ ਹਨੇਰਾ, ਚਾਨਣ ਹੋਵੇ ਛੋੜੈ ਹਉਮੈ ਮੇਰਾ। ਇਹ ਜਿਹੜਾ ਦੂਜਾ ਭਾ ਹੈ, ਬਾਹਰ ਵੀ ਹੈ ਤੇ ਅੰਦਰ ਵੀ ਹੈ। ਬਾਹਰ ਤੋਂ ਅਸੀਂ ਇੱਕ ਰੱਬ ਨੂੰ ਛੱਡ ਕੇ ਹੋਰ ਪਾਸੇ ਜੁੜੇ ਹੋਏ ਹਾਂ, ਅੰਦਰ ਤੇ ਮੈਂ ਮੇਰੀ ਨਾਲ ਜੁੜੇ ਹੋਏ ਹਾਂ, ਉਹਦੇ ਨਾਲ ਨਹੀਂ ਜੁੜਦੇ। ਇਹ ਦੂਜਾ, ਇਹ ਭਰਮ ਹੈ ਸਾਡਾ। ਭਰਮ ਮੀਨਸ ਸੈਪਟਿਸਿਜ਼ਮ। ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇ। ਕਿੰਨੇ ਹੀ ਸ਼ਿੰਗਾਰ ਬਣਾ ਕੇ ਬਹਿ ਜਾਓ, ਪਰ ਇਹ ਕੰਮ ਕੋਈ ਨਹੀਂ ਆਉਣੇ, ਕਿਉਂਕਿ ਅੰਦਰ ਤੇ ਜਿਹੜੀ ਬਾਤ ਹੈ ਉਹ ਨਹੀਂ ਹੋਈ। ਬਹੁਤ ਸਾਰਾ ਬੂਟੇ ਉਹਨੇ ਤਿਲਾਂ ਦੇ ਬੜੇ ਫੁੱਲਦੇ ਆ, ਫਲਦੇ ਆ। ਆਸਾ ਕੀ ਵਾਰ ਦੇ ਵਿੱਚ ਜ਼ਿਕਰ ਆਉਂਦਾ ਬਈ ਸਾਰੇ ਫਲਦੇ ਨਹੀਂ, ਵਿੱਚ ਕਈ ਬੁਆੜ ਹੋ ਜਾਂਦੇ, ਦੇਖਣ ਨੂੰ ਉਹੇ ਜਿਹੀ ਉਹਨੇ, ਲੇਕਿਨ ਵਿੱਚ ਦਾਣਾ ਨਹੀਂ ਪੈਂਦਾ ਉਹਦੇ। ਇਹ ਮੁਰਾਦ ਕਰ ਰਹੇ ਗੁਰੂ ਸਾਹਿਬ। ਹੁਣ ਇਹ ਤਕਲੀਫ ਕਿਹਨੂੰ ਹੁੰਦੀ ਇਹਨਾਂ ਬਾਤਾਂ ਦੀ? ਜਿਹੜੇ ਸ਼ੁਰੂਆਤੀ ਲੋਕ ਹੈ, ਹਉਮੈ ਜੇ ਟੁੱਟੀ ਨਹੀਂ, ਉਹਨਾਂ ਨੂੰ ਤਕਲੀਫ ਹੁੰਦੀ ਹੈ ਵੀ ਅਸੀਂ ਵੀ ਤਾਂ ਉਹੇ ਜਿਹੇ, ਸਾਨੂੰ ਕਾਹਤੇ ਇਸ ਤਰ੍ਹਾਂ ਨਹੀਂ ਮੰਨਿਆ ਜਾਂਦਾ। ਬਸ ਇਹੀ ਵਿਡੰਬਣਾ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ। ਜਦੋਂ ਇਹ ਸਰੀਰ, ਆਤਮਾ ਛੱਡ ਜਾਂਦੀ ਹੈ, ਇਹਨੂੰ ਬਿਨਸ ਜਾਂਦਾ ਸਰੀਰ, ਉਦੋਂ ਫਿਰ ਪ੍ਰੇਤ ਪ੍ਰੇਤ ਕਹਿਣ ਲੱਗ ਜਾਂਦਾ। ਘਰ ਕੀ ਨਾਰ ਉਰੇ ਤਨ ਲਾਗੀ ਹੋਏ ਤੋਂ ਪ੍ਰੇਤ ਪ੍ਰੇਤ ਕਰ ਭਾਗੀ। ਘਰ ਦੀ ਨਾਰ ਜਿਹੜੀ ਹਰ ਵਕਤ ਨਾਲ ਚਿਪਟੀ ਰਹਿੰਦੀ ਸੀਗੀ, ਉਹ ਵੀ ਪ੍ਰੇਤ ਪ੍ਰੇਤ ਕਹਿ ਕੇ ਦੂਰ ਭੱਜ ਜਾਂਦੀ। ਫਿਰ ਸਾਰੇ ਹੀ ਕਹਿੰਦੇ ਵੀ ਜਲਦੀ ਕਰੋ। ਜਿਹਨੇ ਉਹ ਘਰ ਬਣਾਇਆ ਹੁੰਦਾ, ਉਸੇ ਘਰ ਵਿੱਚੋਂ ਬਾਹਰ ਕੱਢਣ ਦੀ ਤਿਆਰੀ ਜਲਦੀ ਤੋਂ ਜਲਦੀ ਕਰੀ ਜਾਂਦੀ। ਔਰ ਜਿਨ੍ਹਾਂ ਦੇ ਖਾਤਰ ਉਹ ਮਰਿਆ ਹੁੰਦਾ ਸਾਰੀ ਉਮਰ, ਉਹੀ ਉਹਨੂੰ ਲਾਂਬੂ ਲਾਉਂਦੇ। ਇਹ ਵਿਡੰਬਣਾ ਹੈ। ਜੇ ਨਾਮ ਹੋਵੇ ਪੱਲੇ, ਫਿਰ ਦੂਤ ਸਾਡਾ ਜਮਦੂਤ ਕੁਛ ਨਹੀਂ ਵਿਗਾੜ ਸਕਦਾ। ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇ ਨੀ ਤੇ। ਜਦ ਫਿਰ ਅਸੀਂ ਨਾਮ ਨਾਲ ਨਹੀਂ ਜੁੜੇ ਵੇ ਹੁੰਦੇ, ਦੂਤ ਆ ਕੇ ਪਕੜ ਲੈਂਦੇ, ਕਿਸੇ ਨੂੰ ਕੇਸਾਂ ਤੋਂ, ਕਿਸੇ ਨੂੰ ਕਿਵੇਂ, ਅਲੱਗ ਅਲੱਗ ਰੂਪ ਆਉਂਦੇ ਗੁਰਬਾਣੀ ਵਿੱਚ।
ਖੇਤ ਦੇ ਸਿਰ ਵਿੱਚ ਡੰਡਾ ਪੈਂਦਾ। ਫਿਰ ਉਹ ਜਮਦੂਤ ਆ ਜਿਹੜੇ ਉਹ ਭੇਤ ਨਹੀਂ ਦਿੰਦੇ ਕਿਸੇ ਨੂੰ ਵੀ, ਆ ਕੇ ਚੁੱਪ ਚਪੀਤੇ ਲੈ ਜਾਂਦੇ ਵੀ ਚਲੋ ਜੀ ਤੈਨੂੰ ਸਿਤਾਬੀ ਕਰੋ। ਬੁਲਾਇਆ ਦੀਵਾਨ ਨੇ, ਧਰਮਰਾਜ ਨੇ, ਚਲੋ ਸਿਤਾਬ ਦੀਵਾਨ ਬੁਲਾਇਆ। ਛੱਡ ਖੜੋਤੇ ਖਿਨੇ ਮਾਏ ਜਿਨ ਸਿਉ ਲੱਗਾ ਹੇਤ। ਜਿਨ੍ਹਾਂ ਦੇ ਨਾਲ ਪ੍ਰੇਮ ਲੱਗਿਆ ਸੀ ਪੁੱਤਰਾਂ ਧੀਆਂ ਨਾਲ, ਮਾਇਆ ਨਾਲ, ਉਹ ਇੱਕ ਖਿੰਨ ਦੇ ਵਿੱਚ ਛੱਡ ਜਾਂਦੇ, ਕੋਈ ਨਾਲ ਨਹੀਂ ਜਾਂਦਾ। ਬੜੇ ਤੇ ਬੜਾ ਮੜੀਆਂ ਥਾਈਂ ਜਾਂਦੇ। ਦੇਹਰੀ ਬੈਠੀ ਮਾਤਾ ਰੋਵੇ ਖਟਿਆ ਲੈ ਗਏ ਭਾਈ। ਦੇਹਰੀ ਤੱਕ, ਦੇਹਰੀ ਪਰ ਬੈਠ ਕੇ ਮਾਂ ਰੋ ਲੈਂਦੀ ਹੈ। ਜਿਹੜੀ ਅਰਥੀ ਹੈ ਉਹ ਚੱਕ ਲੈ ਜਾਂਦੇ ਖਟਿਆ ਭਾਈ। ਅੱਗੇ ਫਿਰ ਹੰਸ ਨੂੰ ਇਕੱਲੇ ਨੂੰ ਜਾਣਾ ਪੈਂਦਾ। ਮਰਹਟ ਲਗ ਸਭ ਲੋਕ ਟਬ ਮਿਲ ਹੰਸ ਅਕੇਲਾ ਜਾਏ। ਹੱਥ ਮਰੋੜੈ ਤਨ ਕੰਪੇ ਸਿਆਹੋਂ ਹੋਆ ਸੇਤ। ਹੱਥ ਮਰੋੜਦਾ ਹੈ, ਟੁੱਟਦੇ ਆ ਜਿਹਨੂੰ ਕਹਿੰਦੇ ਸਰੀਰ ਟੁੱਟਦਾ ਹੈ, ਸਰੀਰ ਕੰਬਦਾ ਹੈ, ਕੰਪਣਾ ਕੰਪੇ। ਇਹ ਕੱਪੇ ਲਿਖਿਆ ਸਾਧ ਸੰਗਤ ਜੀ, ਕੰਪਣਾ ਸ਼ਬਦ ਹੈ, ਅਸਲ 'ਚ ਕੰਬਣਾ ਕਹਿੰਦੇ ਨਾ ਆਪਾਂ, ਉਸੇ ਤੋਂ ਕੰਪਣਾ ਬਣਿਆ ਹੋਇਆ, ਲਿਖਿਆ ਵਾ ਕੱਪੇ ਹੈ। ਇਹ ਸ਼ਬਦ ਨੌਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਆਉਂਦਾ ਸ਼ਲੋਕਾਂ 'ਚ, ਭੋਗ ਦੇ ਟਾਈਮ ਜਿਹੜਾ ਆਪਾਂ ਪੜ੍ਹਦੇ ਹਾਂ। ਸਿਰ ਕੰਪਿਓ ਪੱਗ ਡਗਮਗੇ ਨੈਣ ਜੋਤ ਤੇ ਹੀ। ਉੱਥੇ ਧਿਆਨ ਨਾਲ ਦੇਖਿਓ, ਸਿਰ ਕੰਪਿਓ ਮੈਨੇ ਕੰਬਿਆ, ਪੱਗ ਡਗਮਗੇ, ਲਾਮ ਲੱਗੀ ਹੋਈ ਹੈ ਡਗਮਗੇ ਨੂੰ, ਪੱਗ ਦੇ ਗੱਗੇ ਨੂੰ ਔਂਕੜ ਨਹੀਂ ਹੈ। ਇਹਦਾ ਮਤਲਬ ਹੈ ਬਹੁਤਿਆਂ ਪੈਰਾਂ ਦੀ ਗੱਲ ਹੈ, ਦੋਹਾਂ ਪੈਰਾਂ ਦੀ ਗੱਲ ਹੈ। ਸਿਰ ਕੰਪਿਓ ਪੱਗ ਡਗਮਗਾਏ, ਆਹ ਮਤਲਬ ਹੈ। ਸਾਡੇ ਪਿੰਡ ਇੱਕ ਪਾਠੀ ਰਹਿੰਦਾ ਹੁੰਦਾ ਸੀ, ਹੁਣ ਤਾਂ ਹੈ ਨਹੀਂ ਉਹ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਖੜਕੂਵਾਦ ਸ਼ੁਰੂ ਹੋਣ ਵਾਲਾ ਸੀ। ਉਹਨੇ ਨਾ ਪੈਨ ਦੇ ਨਾਲ, ਸਿਆਹੀ ਨਾਲ ਗੋਲਦਾਰੇ ਬਣਾਏ ਹੋਏ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ, ਹੇਠਾਂ ਕਈ ਵਾਰ ਅੰਡਰਲਾਈਨ ਕਰਿਆ ਵਾ ਸੀ। ਉਹਨੇ ਉੱਥੇ ਡਗਮਗੇ ਨੂੰ ਡਗਮਗੈ ਦਲਾਮਾਂ ਲਗਾ ਦਿੱਤੀਆਂ। ਜਿਹੜੀ ਸਾਡੀ ਹੋਛੀ ਬੁੱਧੀ ਹੈ ਉਹ ਇਸ ਤਰ੍ਹਾਂ ਦੇ ਕੰਮ ਕਰਦੀ ਹੈ। ਉਹਨੂੰ ਇਹ ਲੱਗਦਾ ਸੀਗਾ ਵੀ ਇਹ ਸ਼ਬਦ ਡਗਮਗੈ ਹੈ, ਨਹੀਂ, ਉਹਨੂੰ ਵਿਆਕਰਨ ਦੀ ਸੋਝੀ ਹੈ ਨਹੀਂ ਸੀ। ਦਾਸਰੇ ਦਾ ਪਰਸਨਲ ਵੀ ਉਹਦੇ ਨਾਲ ਫਿਰ ਲਿੰਕ ਹੋਇਆ ਸੀ, ਉਹਨੂੰ ਕਿਹਾ ਵੀ ਸੀ ਵੀ ਇਸ ਤਰ੍ਹਾਂ ਨਾ ਕਰਿਆ ਕਰੋ, ਹਟਿਆ ਨਹੀਂ ਪਰ ਉਹ। ਲੇਕਿਨ ਫਿਰ ਖਾੜਕੂਆਂ ਨੇ ਉਹਨੂੰ ਚਿੱਠੀ ਪਾਤੀ, ਫਿਰ ਉਹ ਹਟ ਗਿਆ। ਹੱਥ ਮਰੋੜੈ ਤਨ ਕੰਪੇ। ਹਾਂ, ਆਪਾਂ ਵਿਚਾਰ ਕਰ ਰਹੇ ਸੀਗਾ, ਸਿਰ ਕੰਪਿਓ ਪੱਗ ਡਗਮਗੇ, ਉਹ ਭੂਤਕਾਲ ਵਿੱਚ ਹੈ, ਪੈਰ ਡਗਮਗਾਏ ਨੈਣ ਜੋਤ ਤੇ ਹੀ। ਇਸੇ ਤਰ੍ਹਾਂ ਉਰੇ ਕੰਪਣਾ ਹੈ, ਹੱਥ ਮਰੋੜਦਾ ਹੈ, ਬਾਹਾਂ ਟੁੱਟਦੀਆਂ, ਲੱਤਾਂ ਬਾਹਾਂ, ਸਰੀਰ ਕੰਬਦਾ ਹੈ। ਸਿਆਹੋਂ ਹੋਆ ਸੇ, ਕਾਲੇ ਤੋਂ ਇੱਕਦਮ ਚਿੱਟਾ ਹੋ ਗਿਆ। ਤੋ ਚਿੱਟੇ ਹੋਣ ਦਾ ਸਫੈਦ ਨੂੰ ਕਹਿੰਦੇ, ਰੰਗ ਡਰ ਨਾਲ ਕਾਲੇ ਤੋਂ ਚਿੱਟਾ ਹੋ ਜਾਂਦਾ ਮਰਨੇ ਦੇ ਟਾਈਮ। ਜਿਹਾ ਬੀਜਿਆ ਸੋ ਲਾਉਣਾ, ਕਰਮਾ ਸੰਦੜਾ ਕੇ। ਜਿਹੋ ਜਿਹਾ ਕਰਿਆ ਬੀਜਿਆ ਉਹੋ ਜਿਹਾ ਵੱਢੂਗਾ ਹੁਣ, ਕਿਉਂਕਿ ਨਾਮ ਨੂੰ ਕਦੇ ਯਾਦ ਨਹੀਂ ਕਰਿਆ ਤੇ ਜਮਾਂ ਨੇ ਉਹਨੂੰ ਖਿੱਚ ਕੇ ਲਿਜਾਣਾ ਹੀ ਲਿਜਾਣਾ। ਗਲ ਵਿੱਚ ਰੱਸਾ ਉਹਦੇ ਪੈਣਾ ਹੀ ਪੈਣਾ, ਕੇਸਾਂ ਤੋਂ ਪਕੜ ਕੇ ਧੂਣਾ ਹੀ ਧੂਣਾ ਉਹਨੂੰ। ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇ। ਪੰਚਮ ਪਾਤਸ਼ਾਹ ਫਰਮਾ ਰਹੇ ਹੈ ਕਿ ਹੇ ਪ੍ਰਭੂ ਜੀਓ, ਅਸੀਂ ਤੁਹਾਡੀ ਸ਼ਰਨਾਗਤ ਹਾਂ, ਤੁਹਾਡੀ ਸ਼ਰਨ ਵਿੱਚ ਹਾਂ। ਆਪਣੇ ਚਰਨਾਂ ਦਾ ਜਹਾਜ਼ ਬਣਾ ਕੇ ਸਾਨੂੰ ਦੇ ਦਿਓ, ਤਾਂ ਕਿ ਅਸੀਂ ਵੀ ਉਹਦੇ 'ਚ ਬੈਠ ਕੇ ਪਾਰ ਲੰਘ ਜਾਈਏ। ਬੋਹਿਤ ਬੇੜੇ ਨੂੰ ਕਹਿੰਦੇ ਜਹਾਜ਼ ਨੂੰ, ਜਿਸ ਉੱਪਰ ਚੜ੍ਹ ਕੇ ਸੰਸਾਰ ਤੋਂ ਲੰਘ ਜੀਦਾ ਅਤੇ ਗੁਰੂ ਦੇ ਚਰਨਾਂ ਦੇ ਨਾਲ, ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਕੇ ਸੰਸਾਰ ਸਾਗਰ ਤੋਂ ਪਾਰ ਜਾਈਦਾ। ਸੇ ਭਾਦੋਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੈ। ਫਿਰ ਭਾਦੋਂ ਦੇ ਮਹੀਨੇ 'ਚ ਉਹ ਨਰਕ 'ਚ ਨਹੀਂ ਪੈਂਦੇ ਜੇ ਗੁਰੂ ਰੱਖਣ ਵਾਲਾ ਬਣ ਜੇ, ਜੇ ਗੁਰੂ ਸਾਨੂੰ ਪਿਆਰ ਕਰਨ ਵਾਲਾ ਪਿਆਰ ਕਰ ਲਵੇ। ਆਪਾਂ ਤਾਂ ਕਰਦੇ ਹੀ ਕਰਦੇ ਉੱਪਰੋਂ, ਪਰ ਜੇ ਗੁਰੂ ਲੱਗ ਜੇ ਸਾਨੂੰ, ਗੁਰੂ ਪ੍ਰੇਮ ਕਰ ਲਵੇ, ਅਸੀਂ ਉਹਦੇ ਨਾਲ ਜੁੜ ਜਾਈਏ, ਉਹ ਸਾਨੂੰ ਆਪਣੀ ਨਾਲ ਜੋੜ ਲਵੇ, ਫਿਰ ਕੋਈ ਨਰਕ ਨਹੀਂ ਹੈ, ਫਿਰ ਸਵਰਗ ਹੀ ਸਵਰਗ ਹੈ। ਨਰਕ ਸੁਰਗ ਸਾਧ ਸੰਗਤ ਜੀ ਉਹ ਹਿੰਦੂ ਧਰਮ ਦੇ ਵਿੱਚ ਹੈ, ਸਨਾਤਨੀ ਧਰਮ ਵਿੱਚ ਇਹਨਾਂ ਨੂੰ ਗੁਰਬਾਣੀਕਾਰਾਂ ਨੇ ਆਪਣੇ ਐਂਗਲ ਤੋਂ ਵਰਤਿਆ ਹੋਇਆ। ਉਸ ਤਰ੍ਹਾਂ ਨਹੀਂ ਹੈ ਜਿਵੇਂ ਉਹ ਨਰਕ ਸੁਰਗ ਨੂੰ ਇੱਕ ਕੋਈ ਜਿਓਲੋਜੀਕਲ ਜਗ੍ਹਾ ਮੰਨਦੇ ਹੈ, ਕੋਈ ਵਿਸ਼ੇਸ਼ ਜਗ੍ਹਾ ਮੰਨਦੇ ਹੈ। ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਹੈ। ਗੁਰਬਾਣੀ 'ਚ ਸਵਰਗ ਉਹ ਹੈ ਜਿੱਥੇ ਗੁਰੂ ਦੇ ਚਰਨ ਹੈ, ਰੱਬ ਦੇ ਚਰਨ ਹੈ। ਨਰਕ ਉਹ ਹੈ ਜਿਹੜਾ 84 ਦੇ ਗੇਟ 'ਚ ਪਿਆ ਹੋਇਆ,
ਵਰਤ ਸ਼ਬਦ ਤਾਂ ਉਹੀ ਹੈ, ਪਰ ਰੰਗਤ ਆਪਣੀ ਐਂਗਲ ਤੋਂ ਦਿੱਤੀ ਹੋਈ ਹੈ। ਆਸੋ ਨੂੰ ਪ੍ਰੇਮ ਉਮਾਹੜਾ ਕਿਉਂ ਮਿਲੀਐ ਹਰ ਜਾ। ਹੁਣ ਅੱਸੂ ਦੇ ਮਹੀਨੇ ਦੀ ਵਿਚਾਰ ਹੈ ਵੀ ਜੇ ਮਨ ਵਿੱਚ ਉਮਾੜਾ ਪੈਦਾ ਹੋ ਜੇ, ਜੋਸ਼ ਪੈਦਾ ਹੋ ਜੇ ਉਹਨੂੰ ਮਿਲਣ ਦਾ, ਫਿਰ ਉਹਨੂੰ ਮਿਲਿਆ ਜਾਂਦਾ, ਨਹੀਂ ਤਾਂ ਨਹੀਂ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਨਾਲ। ਮਨ ਵਿੱਚ ਤਨ ਵਿੱਚ ਬਹੁਤ ਤਾਂਘ ਹੈ ਉਹਦੇ ਦਰਸ਼ਨਾਂ ਦੀ, ਪਿਆਸ ਹੈ, ਕੋਈ ਆ ਕੇ ਮਿਲਾ ਦੇਵੇ, ਕੋਈ ਸੰਤ ਜਾਣ। ਸੰਤ ਸਹਾਈ ਪ੍ਰੇਮ ਕੇ ਹੋਂ ਤਿਨ ਕੈ ਲਾਗਾਂ ਪਾਏ। ਉਹ ਸੰਤ ਪ੍ਰੇਮ ਦੇ ਸਹਾਇਕ ਹੁੰਦੇ ਹੈ, ਜੇ ਅਸੀਂ ਉਹਨਾਂ ਦੇ ਚਰਨਾਂ ਨੂੰ ਲੱਗ ਜਾਈਏ ਤਾਂ ਫਿਰ ਸਾਨੂੰ ਪ੍ਰਭੂ ਨੂੰ ਉਹ ਮਿਲਾ ਸਕਦਾ। ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ। ਪ੍ਰਭੂ ਤੋਂ ਬਿਨਾਂ ਕਿਵੇਂ ਸੁੱਖ ਮਿਲ ਸਕਦਾ ਕਿਸੇ। ਦੁਨਿਆਵੀ ਚੀਜ਼ਾਂ ਵਿੱਚ ਸੁੱਖ ਤਾਂ ਹੋਊ, ਦੁਨਿਆਵੀ ਹੈਗਾ ਹੈ, ਪਰ ਆਨੰਦ ਨਹੀਂ ਹੈ। ਇਹ ਸ਼ਬਦ ਜਿਹੜਾ ਸੁੱਖ ਹੈ, ਖੱਖੇ ਨੂੰ ਔਂਕੜ, ਇੱਕ ਸੁੱਖ ਦੀ ਗੱਲ ਹੈ, ਯਾਨੀ ਆਨੰਦ ਦੀ ਗੱਲ ਹੈ। ਸੁੱਖ ਤਾਂ ਮਿਲ ਜਾਂਦੇ ਦੁਨੀਆ ਵਾਲੇ ਸਭ, ਅੱਜ ਕੱਲ੍ਹ ਬਹੁਤ ਜ਼ਿਆਦਾ ਸੁੱਖ ਹੈ ਦੁਨੀਆ ਕੋਲ, ਹੀਟਰ ਔਰ AC ਵਗੈਰਾ ਸਾਮਾਨ ਹੈ ਸੁੱਖਾਂ ਦਾ, ਪਰ ਜਿਹੜਾ ਅਸਲੀ ਸੁੱਖ ਹੈ ਅੰਦਰਲਾ ਆਨੰਦ, ਉਹ ਨਹੀਂ ਮਿਲਦਾ ਪ੍ਰਭੂ ਤੋਂ ਬਿਨਾਂ। ਦੂਜੀ ਨਾ ਹੀ ਜਾਏ, ਹੋਰ ਕੋਈ ਜਗ੍ਹਾ ਹੈ ਹੀ ਨਹੀਂ ਪ੍ਰਭੂ ਤੋਂ ਬਿਨਾਂ। ਜਾਏ ਫਾਰਸੀ ਦੇ ਵਿੱਚ ਜਗ੍ਹਾ ਨੂੰ ਕਹਿੰਦੇ, ਇਹਦਾ ਬਹੁਵਚਨ ਹੁੰਦਾ ਜਾਈ। ਜਿਨੀ ਚਾਖਿਆ ਪ੍ਰੇਮ ਰਸ ਤੇ ਤ੍ਰਿਪਤ ਰਹੇ ਅਗਾ। ਜਿਨ੍ਹਾਂ ਨੇ ਇਸ ਪ੍ਰੇਮ ਰਸ ਨੂੰ ਚੱਖਿਆ ਉਹ ਤ੍ਰਿਪਤੀ ਹੋ ਜਾਂਦੀ ਹੈ ਉਹਨਾਂ ਦੀ, ਸੰਤੋਖੇ ਜਾਂਦੇ ਉਹ, ਰੱਜ ਜਾਂਦੇ। ਆਪ ਤਿਆਗ ਬਿਨਤੀ ਕरें ਲੇਹ ਪ੍ਰਭੂ ਲੜ। ਆਪਣਾ ਆਪਾ ਹਉਮੈ ਨੂੰ ਕਹਿੰਦੇ ਆਪ, ਆਪਣਾ ਆਪਾ ਛੱਡ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਵੀ ਪ੍ਰਭੂ ਜੀ ਆਪਣੇ ਲੜ ਲਾ ਲਓ। ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ। ਜਿਹੜੀਆਂ ਪ੍ਰਭੂ ਨੇ ਆਪਣੀਆਂ ਬਣਾ ਲੀਆਂ, ਉਸ ਕੰਤ ਨੇ ਆਪਣੇ ਨਾਲ ਮਿਲਾ ਲੀਆਂ, ਉਹ ਕਦੇ ਵੀ ਵਿਛੜਦੀਆਂ ਨਹੀਂ ਮੁੜ ਕੇ। ਫਿਰ ਕਈ ਦਫਾ ਅਸੀਂ ਦੇਖਿਆ ਸੰਗਤ ਵਿੱਚ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਵੀ ਜੀ ਪਹਿਲਾਂ ਮੇਰੇ 'ਤੇ ਬੜੀ ਕਿਰਪਾ ਸੀ, ਹੁਣ ਹੈ ਨਹੀਂ। ਇਹ ਸਾਰਾ ਹੀ ਹਉਮੈ ਦਾ ਹੀ ਚੱਕਰ ਹੈ। ਜਿਹਦੇ ਪਰ ਇੱਕ ਵਾਰ ਕਿਰਪਾ ਹੋ ਗਈ, ਉਸ ਤਾਂ ਫਿਰ ਉਧਰ ਨੂੰ ਹੋਰ ਖਿੱਚਦਾ ਹੀ ਚਲਿਆ ਜਾਂਦਾ ਪ੍ਰਭੂ ਵੱਲ ਨੂੰ, ਨਾ ਕਿ ਉਹ ਫਿਰ ਮੁੜ ਕੇ ਟੁੱਟ ਜੂਗਾ। ਕਿਰਪਾ ਹੁੰਦੀ ਨਹੀਂ ਹੈ, ਉਹ ਸਾਡੀ ਗਲਤਫਹਿਮੀ ਹੁੰਦੀ ਹੈ। ਜਿਹਦੇ ਉੱਤੇ ਕਿਰਪਾ ਵਰਸ ਗਈ ਨਾ ਉਹਦੀ ਪੂਰੀ, ਉਹ ਫਿਰ ਬਾਹਰ ਕਿਵੇਂ ਜਾਊਗਾ, ਉਹ ਨਹੀਂ ਕਦੇ ਵਿਛੜਦਾ। ਫਿਰ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰਿ ਸਰਨਾਏ। ਪ੍ਰਭੂ ਤੋਂ ਬਿਨਾਂ ਦੂਜਾ ਕੋਈ ਹੈ ਨਹੀਂ। ਪੰਚਮ ਪਾਤਸ਼ਾਹ ਉਹਦੀ ਸ਼ਰਨਾਈ ਦੀ ਗੱਲ ਕਰਦੇ, ਉਹਦੀ ਸ਼ਰਨ ਦੀ ਗੱਲ ਕਰਦੇ। ਅੱਸੂ ਸੁਖੀ ਬਸੰਦੀਆਂ ਜਿਨ੍ਹਾਂ ਮਇਆ ਹਰ ਰਾਏ। ਅੱਸੂ ਦੇ ਮਹੀਨੇ 'ਚ ਉਹੀ ਸੁਖੀ ਵਸਦੀਆਂ ਜਿਨ੍ਹਾਂ ਦੇ ਉੱਪਰ ਹਰ ਰਾਏ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਕਿਰਪਾ ਹੁੰਦੀ। ਦਇਆ ਔਰ ਮਾਇਆ ਸਾਧ ਸੰਗਤ ਜੀ ਦੋ ਸ਼ਬਦ ਆਉਂਦੇ ਅਕਸਰ ਗੁਰਬਾਣੀ 'ਚ, ਬਹੁਤ ਵਾਰ ਆਉਂਦੇ। ਦਇਆ ਹੁੰਦੀ ਹੈ ਦੁਨਿਆਵੀ ਪਦਾਰਥ ਦੇਣ ਦੀ, ਮਾਇਆ ਹੁੰਦੀ ਹੈ ਪਰਮਾਰਥਕ ਜੀਵਨ ਬਖਸ਼ਣ ਦੀ, ਆਪਣੇ ਨਾਮ ਮਿਲਾਉਣ ਦੀ। ਦੋਹਾਂ 'ਚ ਥੋੜ੍ਹਾ ਜਿਹਾ ਭੇਦ ਹੈ। ਦਇਆ ਕਰੋ, ਮਾਇਆ ਕਰੋ, ਦਇਆ ਮਾਇਆ ਕਰੋ, ਇਕੱਠੇ ਵੀ ਆਉਂਦੇ ਇਹ ਸ਼ਬਦ। ਤੋ ਚਲੋ ਸਾਧ ਸੰਗਤ ਜੀ, ਅੱਜ ਤਾਂ ਇੰਜਿਓ ਵਿਚਾਰ ਹੈ, ਕੱਲ੍ਹ ਨੂੰ ਫਿਰ ਅੱਗੇ ਵਿਚਾਰ ਕਰਾਂਗੇ। ਸਵਾਸਾਂ ਦੀ ਬਾਤ ਹੈ, ਰਹੇ ਤਾਂ ਜ਼ਰੂਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹੀ ਜਿਹੀ ਵਿਚਾਰ ਕੱਲ੍ਹ ਵੀ ਬੇਨਤੀ ਕਰੀ ਸੀ, ਮਨ ਦੇ ਨਾਲ ਸੰਬੰਧਿਤ। ਇਹ ਜਿਹੜਾ ਆਪਣਾ ਮਨ ਹੈ, ਇਹ ਖੁੱਟਰ ਵੀ ਬਹੁਤ ਹੈ, ਇਹ ਜੋਤ ਸਰੂਪ ਵੀ ਹੈ। ਦੋਏ ਚੀਜ਼ਾਂ ਹੈ। ਜੇ ਕਿਸੇ ਆਪਣੇ ਸੰਤ ਦੇ ਨਾਲ ਜਾਂ ਗੁਰੂ ਦੇ ਨਾਲ ਜਾਂ ਗੁਰਬਾਣੀ ਦੇ ਨਾਲ ਜੁੜ ਗਿਆ ਅੰਦਰੋਂ, ਬਾਹਰੋਂ ਨਹੀਂ, ਬਾਹਰ ਤੇ ਤਾਂ ਬਹੁਤ ਜੁੜੇ ਹੋਏ ਹੈ, ਉਹ ਵੀ ਮੁਬਾਰਕ ਹੈ, ਪਰ ਜਿਹੜਾ ਅੰਦਰੋਂ ਜੁੜ ਗਿਆ, ਜਿਹਦੇ ਅੰਦਰ ਨਾਮ ਪ੍ਰਗਟ ਕਰ ਦਿੱਤਾ ਗੁਰਬਾਣੀ ਗੁਰੂ ਨੇ, ਉਹ ਫਿਰ ਜੋਤ ਸਰੂਪ ਸਮਝਦਾ ਮਨ। ਔਰ ਕਬੀਰ ਜੀ ਤਾਂ ਇਹਨੂੰ ਫਿਰ ਕਹਿੰਦੇ ਆ ਵੀ ਇਹੀ ਤ੍ਰਿਭਵਨ ਦੇਵ ਹੈ, ਜਿਹੜਾ ਸਾਡਾ ਮਨ ਹੈ ਇਹੀ ਰੱਬ ਹੈ। ਪਰ ਜਿੰਨਾ ਚਿਰ ਇਹ ਜੁੜਦਾ ਨਹੀਂ ਹੈ, ਉਨਾ ਚਿਰ ਇਹ ਖੁੱਟਰ ਵੀ ਬਹੁਤ ਹੈ। ਪੰਛੀ ਦੀ ਤਰ੍ਹਾਂ ਭੌਂਦਾ, ਉੱਡਦਾ, ਇੱਧਰ ਉੱਧਰ ਜਾਂਦਾ, ਦਸੇ ਦਿਸ਼ਾ ਵਿੱਚ ਭੱਜਦਾ ਰਹਿੰਦਾ। ਉਹ ਪੰਜ ਹਿੱਸੇ ਗੁਰਬਾਣੀਕਾਰਾਂ ਨੇ ਮੰਨੇ ਮੰਨਦੇ, ਹਾਲਾਂਕਿ ਉਪਨਿਸ਼ਦਾਂ ਦੇ ਵਿੱਚ ਚਾਰ ਗਿਣੇ ਜਾਂਦੇ। ਇੱਕ ਮਨੁਆ, ਬੁੱਧੀ, ਅਹੰਕਾਰ, ਹਿਰਦਾ ਚਾਰ, ਪੰਜਵੀਂ ਆਤਮਾ। ਗੁਰਬਾਣੀ ਵਿੱਚ ਇਹ ਪੰਜੇ ਹਿੱਸੇ ਮੰਨਦੇ। ਮਨੁਆ ਉਹ ਹੈ ਜਿਹੜਾ ਬਾਹਰ ਭਟਕਦਾ ਸਾਰਾ ਦਿਨ। ਬੁੱਧੀ
ਬੁੱਧੀ ਜਿਹੜੀ ਸੋਚ ਵਿਚਾਰ ਕਰਦੀ ਹੈ, ਅਹੰਕਾਰ, ਹਉਮੈ, ਈਗੋ, ਹਿਰਦਾ, ਅੰਦਰਲਾ ਮਨ ਜਿਹਦੇ 'ਚ ਮਨੂਆਂ ਜਾ ਕੇ ਵੜਦਾ ਫਿਰ ਜਦੋਂ ਗੁਰੂ ਦਾ ਮਿਲਾਪ ਹੁੰਦਾ ਹੈ, ਜਿਹਨੂੰ ਕਹਿੰਦੇ ਸਿੱਧ ਭਾਸ਼ਾ ਵਿੱਚ ਬਈ ਸੂਰਜ ਚੰਦਰਮਾ ਦੇ ਘਰ 'ਚ ਆ ਜਾਂਦਾ। ਤੋ ਉਪਨਿਸ਼ਦਾਂ ਵਿੱਚ ਸਾਧ ਸੰਗਤ ਜੀ ਉਹ ਆਤਮਾ ਨੂੰ ਨਿਰਮਲ ਕਰਕੇ ਮੰਨਿਆ ਵੀ ਇਹ ਪਰਮਾਤਮਾ ਦਾ ਰੂਪ ਹੈ। ਦੂਜਾ, ਇਹ ਨਿਰਮਲ ਹੈ। ਪਰਮਾਤਮਾ ਦਾ ਰੂਪ ਤਾਂ ਹੈ, ਲੇਕਿਨ ਗੁਰਬਾਣੀ ਇਹਨੂੰ ਨਿਰਮਲ ਨਹੀਂ ਮੰਨਦੀ ਜਿੰਨਾ ਚਿਰ ਇਹ ਗੁਰੂ ਨਾਲ ਨਹੀਂ ਜੁੜਦੀ ਹੈ। ਮੈਲੀ ਕਾਇਆ ਹੰਸ ਸਮੇਤ, ਸਭ ਕੁਛ ਮੈਲਾ, ਰੱਬ ਤੋਂ ਬਿਨਾਂ, ਗੁਰੂ ਤੋਂ ਬਿਨਾਂ ਸਭ ਕੁਛ ਮੈਲਾ। ਜਾਂ ਉਹ ਨਿਰਮਲ ਹੈ ਜਿਹੜੇ ਜਿਨ੍ਹਾਂ ਦੇ ਅੰਦਰ ਨਾਮ ਪੈਦਾ ਹੋ ਜਾਂਦਾ, ਗੁਰੂ ਘਰ ਦਿੰਦਾ। ਬਾਕੀ ਸਭ ਕੁਛ ਮੈਲਾ ਹੈ। ਇਹ ਸਰੀਰ ਤਾਂ ਮੈਲਾ ਹੈ ਹੀ ਹੈ, ਜਿਹੜਾ ਸਾਡੇ ਅੰਦਰ ਹੰਸ ਹੈ ਆਤਮਾ, ਉਹ ਵੀ ਮੈਲੀ ਹੈ। ਗੁਰੂ ਨਾਲ ਜੁੜ ਕੇ ਉਹ ਵੀ ਫਿਰ ਪਵਿੱਤਰ ਹੋ ਜਾਂਦਾ। ਜਦ ਨਾਮ ਰਸ ਪੀਂਦੀ ਹੈ ਨਾ ਆਤਮਾ ਦੁਆਰਾ ਗ੍ਰਹਿਣ ਕਰਿਆ ਹੋਇਆ, ਫਿਰ ਇਹ ਪਵਿੱਤਰ ਬਣ ਜਾਂਦਾ। ਪੱਛਮੀ ਜਿਹੜੇ ਚਿੰਤਕ ਹੈ, ਫਰਾਇਡ, ਕਾਰਲ ਜੁੰਗ, ਸ਼ਾਪਨਹਾਵਰ, ਵਿਲਸਨ, ਨੀਟਸ਼ੇ, ਸਪੀਨੋਜ਼ਾ, ਹੀਗਲ, ਇਹਨਾਂ ਸਾਰਿਆਂ ਨੇ ਮਨ ਨੂੰ 3 ਹਿੱਸਿਆਂ 'ਚ ਵੰਡਿਆ। ਉਹਨਾਂ ਦੇ ਮੁਤਾਬਕ ਮਨ ਦਾ 10% ਹਿੱਸਾ ਜਾਗਦਾ, 10% ਅੱਧਾ ਜਾਗਦਾ ਅਤੇ 80% ਸੁੱਤਾ ਹੋਇਆ ਅਚੇਤ ਹੈ। ਫਰਾਇਡ ਨੇ ਇਹਨੂੰ ਤੁਲਨਾ ਇੱਕ ਆਈਸਬਰਗ ਨਾਲ ਦਿੱਤੀ। ਆਈਸਬਰਗ ਹੁੰਦਾ ਬਰਫ਼ ਦਾ ਉਹ ਤੋਦਾ ਜਿਹੜਾ ਪਹਾੜਾਂ ਤੋਂ ਪਿਘਲ ਕੇ ਆ ਜਾਂਦਾ ਹੈ ਗਰਮੀ ਕਰਕੇ, ਉਹ ਸਮੁੰਦਰ 'ਚ ਤੈਰਦਾ ਰਹਿੰਦਾ। ਉਹ 10% ਉੱਪਰ ਨੰਗਾ ਹੁੰਦਾ, 10 ਕਦੇ ਉੱਪਰ ਕਦੇ ਹੇਠ ਹੁੰਦਾ, ਬਾਕੀ 80 ਡੁੱਬਿਆ ਰਹਿੰਦਾ। ਐਸੇ ਤਰੀਕੇ ਨਾਲ ਸਾਡਾ ਮਨ। ਤੋ ਇਹ ਜਿਹੜੀ ਮਨ ਦੇ ਵਿੱਚ ਐਕਟੀਵਿਟੀ ਚੱਲਦੀ ਹੈ, ਸੁਚੇਤ ਮਨ ਹੈ ਜਿਹੜਾ ਸਾਡਾ ਬਾਹਰਲਾ, ਜਿਵੇਂ ਆਈਸਬਰਗ ਦਾ ਉੱਪਰਲਾ 10% ਹੁੰਦਾ, ਇਹਦੇ ਵਿੱਚ ਸਾਰੀ ਐਕਟੀਵਿਟੀ ਹੁੰਦੀ ਹੈ। ਸੋਚ, ਵਿਚਾਰ, ਯਾਦਦਾਸ਼ਤ ਸਭ ਇਸੇ ਵਿੱਚ ਹੁੰਦੀ ਹੈ। ਇਹ ਦਿਮਾਗ ਦਾ ਜਿਹੜਾ ਮੱਥੇ ਵਾਲਾ ਹਿੱਸਾ ਸੈਰੀਬਰਮ ਕਹਿੰਦੇ ਜਿਹਨੂੰ, ਉਹਦੇ ਵਿੱਚ ਹੁੰਦਾ ਹੈ। ਇੱਕ ਖਾਸ ਹਿੱਸਾ ਹੁੰਦਾ ਦਿਮਾਗ ਦਾ ਮੋਟਰ ਕੋਰਟੈਕਸ, ਉਹਦੇ 'ਚ ਹੁੰਦੀ ਹੈ ਸੋਚ ਵਿਚਾਰ, ਸਾਰੀ ਮੈਂਟਲ ਐਕਟੀਵਿਟੀ ਜਿੰਨੀ ਵੀ ਹੈ। ਸੋਚਾਂ, ਭੰਨਾ, ਘੜਤਾਂ, ਯਾਦਦਾਸ਼ਤ, ਖਿਆਲ ਸਭ ਇਸੇ 'ਚ ਹੁੰਦੇ। ਵਿਲ ਔਰ ਜੱਜਮੈਂਟ ਵੀ ਇਹੀ ਹਿੱਸਾ ਕਰਦਾ। ਜਿਹੜਾ ਅਰਧ ਚੇਤਨ ਦਿਮਾਗ ਹੈ ਉਹ ਪਿਛਲੇ ਪਾਸੇ ਹੁੰਦਾ ਗਿੱਚੀ ਵਿੱਚ, ਸੁਖਮਨਾ ਨਾੜੀ ਤੋਂ ਉੱਪਰ। ਉਹ ਉਸ ਤਰ੍ਹਾਂ ਹੁੰਦਾ ਜਿਵੇਂ ਆਈਸਬਰਗ ਦਾ ਉਹ ਭਾਗ 10% ਜਿਹੜਾ ਕਦੇ ਉੱਪਰ ਹੋ ਜਾਂਦਾ, ਕਦੇ ਪਾਣੀ ਵਿੱਚ ਚਲੇ ਜਾਂਦਾ। 80% ਮਨ ਜਿਹੜਾ ਹੈ ਉਹ ਸੁੱਤਾ ਪਿਆ, ਅਚੇਤ ਹੈ। ਉਹਦੇ ਵਿੱਚ ਬਹੁਤ ਸਾਰੀਆਂ ਸਬਲਾਈਮੀਨਲ ਸਾਡੇ ਮੈਸੇਜਿਸ ਪਏ ਹੈ, ਅਚੇਤ ਪਏ, ਕਦੇ ਕਦੇ ਉਹ ਪ੍ਰਗਟ ਵੀ ਹੁੰਦੇ। ਉਹਨੂੰ ਕਿਹਾ ਗਿਆ, ਜਿਹੜਾ ਫਰਾਇਡ ਹੈ ਉਹਨੇ ਤਾਂ ਕਿਹਾ ਸੀ ਵੀ ਉਹ ਰਿਪਰੈਸ਼ਨ ਹੈ, ਅਸੀਂ ਉਹਨਾਂ ਨੂੰ ਦਬਾ ਕੇ ਰੱਖਿਆ ਹੋਇਆ। ਪਰ ਵਿਲਸਨ ਨੇ ਇਹ ਖਿਆਲ ਨੂੰ ਉਲਟਾਇਆ। ਉਹ ਕਹਿੰਦਾ ਜੀ ਇਹ ਰਿਪਰੈਸ਼ਨ ਨਹੀਂ ਹੈ, ਇਹ ਤਾਂ ਐਫੀਸ਼ੀਐਂਸੀ ਹੈ। ਜਿਹਦੀ ਸਾਨੂੰ ਲੋੜ ਹੁੰਦੀ ਹੈ ਮਨ ਨੂੰ, ਉਹ ਬਾਹਰ ਕੱਢ ਲੈਂਦਾ ਉਹਨਾਂ ਖਿਆਲਾਂ ਨੂੰ, ਵਾਕਿਆ ਨੂੰ ਦਬਾਏ ਰੱਖਦਾ। ਚਲੋ ਇਹ ਉਹਨਾਂ ਦਾ ਖਿਆਲ ਹੈ। ਜਿਹੜਾ ਗੁਰਮਤ ਵਿੱਚ ਗੁਰਬਾਣੀਕਾਰਾਂ ਦਾ ਖਿਆਲ ਹੈ ਉਹ ਵੀ ਬਹੁਤ ਸੋਚਣ ਵਿਚਾਰਨ ਵਾਲੀ ਬਾਤ। ਆਪਾਂ ਚੇਤ ਮਨ ਜਿਹੜਾ ਬਾਹਰਲਾ ਚੇਤਨਾ, ਇਹਦੇ ਨਾਲ ਆਪਾਂ ਜਪ ਕਰਦੇ ਹਾਂ, ਪਰਮਾਤਮਾ ਦਾ ਚਿੰਤਨ ਕਰਦੇ ਹਾਂ। ਇਹ ਜਿਹੜਾ ਬਾਹਰਲਾ ਮਨ ਹੈ ਸਾਡਾ, ਇਹ ਸਿਰਫ ਦਲੀਲ ਔਰ ਬੁੱਧੀ ਦੇ ਨਾਲ ਸਮਝਦਾ। ਜੇ ਦਲੀਲ ਹੋਏਗੀ ਤਾਂ ਸਮਝੇਗਾ, ਨਹੀਂ ਕਹਿ ਦੇਗਾ ਨਹੀਂ ਇਹ ਚੀਜ਼ ਨਹੀਂ ਹੈ, ਅਗਲਾ ਇਹਨੂੰ ਪਤਾ ਨਹੀਂ ਹੈ। ਜਿਹੜਾ ਸਬ ਕੌਨਸ਼ੀਅਸ ਮਾਈਂਡ ਹੈ, ਜਿਹੜਾ ਆਪਣਾ 10% ਕਦੇ ਡੁੱਬਦਾ ਕਦੇ ਉੱਪਰ ਜਹਾਜ਼ ਦਾ ਜਿਵੇਂ ਹੁੰਦਾ ਜਾਂ ਆਈਸਬਰਗ ਦਾ ਹੁੰਦਾ, ਉਹ ਹਿੱਸਾ ਉਹਨੂੰ ਸਬ ਕੌਨਸ਼ੀਅਸ ਮਾਈਂਡ ਕਹਿੰਦੇ। ਉਹ ਦਲੀਲ ਔਰ ਬੁੱਧੀ ਉਹਦੇ ਵਿੱਚ ਚੱਲਦੀ ਕੋਈ ਨਹੀਂ, ਉਹ ਸਿਰਫ ਸਮਝਦਾ ਹੈ ਬਾਰ-ਬਾਰ ਦੀ ਰਿਸਾਈਟੇਸ਼ਨ ਦੇ ਨਾਲ, ਜਪਣ ਦੇ ਨਾਲ। ਜਦ ਇੱਕ ਖਿਆਲ ਬਾਰ-ਬਾਰ ਉਹਦੇ ਅੰਦਰ ਪੈਦਾ ਕਰ ਦਿੱਤਾ ਜਾਂਦਾ ਹੈ, ਭਾਵੇਂ ਬਾਹਰਲੇ ਮਨ ਦੇ ਦੁਆਰੇ, ਫਿਰ ਉਹ ਗੱਲ ਨੂੰ ਪਕੜ ਲੈਂਦਾ, ਮੁੜ ਕੇ ਛੱਡਦਾ ਕੋਈ ਨਹੀਂ। ਕੋਈ ਨਾ ਦ੍ਰਿਸ਼ ਨੂੰ ਛੱਡਦਾ, ਨਾ ਹੀ ਕਿਸੇ ਖਿਆਲ ਨੂੰ ਛੱਡਦਾ। ਫਿਰ ਉਹ ਹੈ ਜਿਹੜਾ ਗੁਰਬਾਣੀਕਾਰਾਂ ਨੇ ਲੋੜਿਆ ਵੀ ਬਾਰ-ਬਾਰ ਜਪੋ, ਬਾਰ-ਬਾਰ ਜਪੋ, ਜਿੰਨੀ ਵਾਰ ਵੀ ਹੈ ਉਨੀ ਵਾਰ ਹੀ ਜਪੋ, ਤਾਂ ਕਿ ਅੰਦਰ ਬੈਠ ਜਾਵੇ। ਜਿਹਦੇ ਬੈਠ ਗਿਆ ਫਿਰ ਉਹ ਅਚੇਤ ਮਨ ਵਿੱਚ, ਜਿਹੜਾ ਅਵਚੇਤਨ ਹੈ ਸਾਡਾ ਸਬ ਕੌਨਸ਼ੀਅਸ, ਫਿਰ ਉਹਦੇ ਵਿੱਚ ਉਹ ਬੈਠ ਜਾਂਦਾ, ਉਹ ਚੱਲਦਾ ਹੀ ਰਹਿੰਦਾ ਫਿਰ ਅੰਦਰ। ਸਾਨੂੰ ਚਾਹੇ ਉਹਦੀ ਗਿਆਤ ਹੋਵੇ ਨਾ ਹੋਵੇ,
ਕਦੇ ਕਦੇ ਉਹ ਬਾਹਰ ਆ ਕੇ ਫਿਰ ਸੁਚੇਤ ਮਨ ਵਿੱਚ ਵੀ ਆ ਜਾਂਦਾ, ਉਹਨੂੰ ਜਪਣਾ ਕਹਿ ਦਿੰਦੇ ਆ। ਜਦ ਅੰਦਰ ਹੁੰਦਾ ਰਹਿੰਦਾ ਉਹ ਅਜੱਪਾ ਜਾਪ ਹੁੰਦਾ, ਉਹਨੂੰ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਅੰਦਰ ਚੱਲ ਰਿਹਾ, ਕਿਉਂਕਿ ਦਿਲ ਚੱਲਦਾ, ਨਾੜੀ ਚੱਲਦੀ ਹੈ, ਸਾਹ ਚੱਲਦੇ ਆ, ਸੁੱਤੇ ਪਿਆਂ ਦੇ ਆਪਾਂ ਨੂੰ ਪਤਾ ਨਹੀਂ ਹੁੰਦਾ, ਪਰ ਉਹ ਚੱਲਦੇ ਰਹਿੰਦੇ। ਐਸੇ ਤਰ੍ਹਾਂ ਜਪਾ ਹੈ, ਉਹ ਜਿਹੜਾ ਅੰਦਰ ਉਤਰ ਜਾਂਦਾ ਚੇਤ ਮਨ ਵਿੱਚ ਕੋਈ ਵੀ ਖਿਆਲ ਜਾਂ ਦ੍ਰਿਸ਼, ਉਹ ਫਿਰ ਬਦਲਦਾ ਨਹੀਂ, ਮੁੜ ਕੇ ਚੱਲਦਾ ਰਹਿੰਦਾ। ਤਾਂ ਗੁਰਬਾਣੀ 'ਚ ਬਾਰ-ਬਾਰ ਜ਼ਿਕਰ ਆਉਂਦਾ ਵੀ ਪੜ੍ਹੋ, ਨਾਮ ਜਪੋ, ਜਿਹਨੂੰ ਕਿ ਵਿਦਵਾਨ ਨਕਾਰਨ ਲੱਗੇ, ਕਿਉਂਕਿ ਵਿਦਵਾਨ ਚੱਲਦੇ ਬੁੱਧੀ ਔਰ ਤਰਕ ਨਾਲ, ਬਾਹਰਲੇ ਜਿਹੜਾ ਚੇਤਨ ਬ੍ਰੇਨ ਹੈ ਉਹਦੇ ਨਾਲ। ਗੁਰੂ ਸਾਹਿਬਾਨਾਂ ਨੇ ਸਾਨੂੰ ਪੱਕਾ ਤਕੀਦ ਕਰੀ ਹੈ, ਪੱਕੀ, ਵੀ ਤੁਸੀਂ ਅਰਧ ਚੇਤਨ ਮਨ 'ਚ ਲੈ ਕੇ ਜਾਓ। ਭਾਵੇਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਸਿੱਧਾ ਕਿਹਾ, ਲੇਕਿਨ ਭਾਵ ਇਹੀ ਹੈ। ਇਹ ਅੱਜ ਦੇ ਚਿੰਤਕ ਵੀ ਮੰਨਦੇ ਹੁਣ ਇਸ ਗੱਲ ਨੂੰ, ਜਿਹੜੇ ਮਨੋਵਿਗਿਆਨੀ ਹੈ, ਵੀ ਇਸ ਤਰ੍ਹਾਂ ਹੀ ਹੁੰਦਾ। ਤੋ ਸਾਧ ਸੰਗਤ ਜੀ, 4 ਕਿਸਮ ਦੀਆਂ ਬੋਲੀਆਂ, ਆਵਾਜ਼ਾਂ ਦਾ ਜ਼ਿਕਰ ਵੀ ਆਉਂਦਾ ਹੈ ਫਲਸਫੇ 'ਚ, ਗੁਰਬਾਣੀ 'ਚ ਵੀ ਆਉਂਦਾ ਬਹੁਤ ਜਗ੍ਹਾ। ਪਰਾ, ਪਸਯੰਤੀ, ਮਧਮਾ, ਬੈਖਰੀ। ਪਰਾ ਉਹ ਖਿਆਲ ਜਿਹੜਾ ਦਿਮਾਗ 'ਚ ਉਤਪੰਨ ਹੁੰਦਾ ਪਹਿਲਾਂ। ਹਾਲਾਂਕਿ ਪਹਿਲੇ ਜਿਹੜੇ ਵਿਆਖਿਆਕਾਰ ਹੈ ਉਹਨਾਂ ਨੇ ਇਹਦਾ ਮਰਕਜ਼, ਇਹਦਾ ਕੇਂਦਰ ਦੱਸਿਆ ਧੁਨੀ ਨੂੰ, ਵੀ ਆਵਾਜ਼ ਧੁਨੀ ਤੋਂ ਪੈਦਾ ਹੁੰਦੀ ਹੈ, ਔਰ ਸਵਾਸ ਵੀ ਧੁਨੀ ਵਿੱਚ ਟਿਕਾਣਾ ਕਰਦੇ ਆ। ਜਿਹੜਾ ਨਾਭ ਕਮਲ ਹੈ ਜੋਗੀਆਂ ਦਾ, ਉਹਨਾਂ ਤੋਂ ਇਹ ਖਿਆਲ ਆਇਆ ਹੋਇਆ ਵੀ ਨਾਭ ਕਮਲ, ਨਾਭੀ ਦਾ ਜਿਹੜਾ ਕਮਲ ਉਹ ਕਲਪਿਤ ਕਰਿਆ ਹੋਇਆ ਉਹਨਾਂ ਨੇ, ਵੀ ਉੱਥੋਂ ਸਵਾਸ ਚੱਲਦੇ ਆ, ਉਹ ਸਵਾਸਾਂ ਦਾ ਆਸਰਾ ਹੈ। ਸਿੱਧਾਂ ਨੇ ਵੀ ਇਹ ਪ੍ਰਸ਼ਨ ਕਈ ਵਾਰ ਕਰਿਆ ਗੁਰੂ ਸਾਹਿਬ ਨੂੰ, ਪਰ ਗੁਰਬਾਣੀ ਦਾ ਜਵਾਬ ਇਹ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਇਹ ਦਿੱਤਾ ਸੀਗਾ ਵੀ ਸਵਾਸਾਂ ਦਾ ਆਸਰਾ ਸੁੰਨ ਹੈ ਭਾਈ, ਪਰਮਾਤਮਾ ਹੈ, ਨਾ ਕਿ ਨਾਭ ਕਮਲ ਹੈ। ਨਾਭੀ ਜਿਹੜੀ ਸਾਡੀ ਆ ਉਹ ਫਿਜ਼ੀਕਲ ਸੈਂਟਰ ਤਾਂ ਹੈ, ਫਿਜ਼ੀਕਲ ਮਰਕਜ਼ ਤਾਂ ਹੈ ਸਰੀਰ ਦਾ। ਕਿਵੇਂ? ਜੇ ਬੰਦੇ ਨੂੰ ਪੁੱਠਾ ਕਰਕੇ ਕਿਸੇ ਐਸੀ ਕਿੱਲ ਦੇ ਉੱਪਰ ਧੁੰਨੀ ਦੇ ਕੋਲੋਂ ਲਟਕਾਇਆ ਜਾਵੇ ਤਾਂ ਉਹ ਘੁੰਮਦਾ ਰਹੇਗਾ, ਗਿਰੇਗਾ ਨਹੀਂ ਇੱਕ ਪਾਸੇ, ਬੈਲੈਂਸ ਬਣ ਜਾਏਗਾ, ਇਕੁਇਲਿਬਰੀਅਮ ਹੁੰਦਾ ਉੱਥੇ। ਲੇਕਿਨ ਉਹ ਫਿਜ਼ੀਕਲ ਇਕੁਇਲਿਬਰੀਅਮ ਤਾਂ ਹੈ, ਪਰ ਮਨ ਦਾ ਇਕੁਇਲਿਬਰੀਅਮ ਧੁੰਨੀ ਨਹੀਂ ਹੈ, ਉਹ ਬ੍ਰੇਨ ਹੈ। ਸੋਚ ਵਿਚਾਰ ਸਾਰੀ ਹੀ ਦਿਮਾਗ 'ਚ ਹੁੰਦੀ ਹੈ। ਜਿਹੜਾ ਮਨ ਹੈ ਉਹ ਹਾਰਟ ਵੀ ਨਹੀਂ ਹੈ, ਉਹ ਬ੍ਰੇਨ ਨੂੰ ਗੁਰਬਾਣੀ 'ਚ ਮਨ ਕਿਹਾ ਜਾਂਦਾ ਹੈ। ਮਨ ਦਾ ਟਿਕਾਣਾ ਬ੍ਰੇਨ ਹੈ ਸਿਰ ਦੇ ਵਿੱਚ, ਨਾ ਕਿ ਛਾਤੀ 'ਚ ਹਾਰਟ ਹੈ। ਹਾਰਟ ਤਾਂ ਮਾਰਦਾ ਲੋਥੜਾ, ਪੰਪ ਕਰਦਾ ਖੂਨ, ਉੱਥੇ ਕੋਈ ਸੋਚ ਵਿਚਾਰ ਨਹੀਂ। ਤੋ ਇਹ ਚੀਜ਼ਾਂ ਸਮਝਣ ਵਾਲੀਆਂ। ਪਰਾ ਜਿਹੜੀ ਹੈ ਉਹ ਦਿਮਾਗ 'ਚ ਪੈਦਾ ਹੁੰਦਾ ਖਿਆਲ, ਧੁਨੀ 'ਚ ਨਹੀਂ ਹੁੰਦਾ। ਧੁਨੀ 'ਚ ਐਬਸੋਲਿਊਟਲੀ ਨਾ ਹੀ ਕੋਈ ਹਵਾ ਹੁੰਦੀ ਹੈ, ਸਵਾਸਾਂ ਦਾ ਆਸਰਾ ਬਿਲਕੁਲ ਨਹੀਂ ਹੈ ਧੁਨੀ, ਅਤੇ ਨਾ ਹੀ ਕੋਈ ਉੱਥੇ ਖਿਆਲ ਪੈਦਾ ਹੁੰਦਾ। ਖਿਆਲ ਹਮੇਸ਼ਾ ਦਿਮਾਗ 'ਚ ਪੈਦਾ ਹੁੰਦਾ। ਪਸਯੰਤੀ ਉਦੋਂ ਬਣਦੀ ਹੈ ਆਵਾਜ਼ ਜਦੋਂ ਘੰਟੀ ਦੇ ਵਿੱਚ ਆ ਕੇ ਲੇਰਿੰਕਸ ਜਿਹੜੀ ਹੈ ਉਹਨੂੰ ਅੱਖਰ ਮਿਲਦੇ, ਅਤੇ ਮਧਮਾ ਉਦੋਂ ਬਣਦੀ ਹੈ ਜਦੋਂ ਬੁੱਲ ਹਿਲਦੇ ਆ, ਅਜੇ ਬਾਹਰ ਬੋਲਦਾ ਨਹੀਂ ਬੰਦਾ, ਉਹਨੂੰ ਉਪਾਂਸ਼ੂ ਜਾਪ ਵੀ ਕਹਿੰਦੇ। ਬੈਖਰੀ ਹੁੰਦੀ ਹੈ ਜਿਹੜੀ ਆਪਾਂ ਬੋਲ ਕੇ ਕਰਦੇ, ਜਦੋਂ ਜੀਭ ਹਿਲਦੀ ਹੈ, ਬੋਲਦੀ ਆਵਾਜ਼ ਕੱਢਦੀ ਹੈ, ਉਹ ਬੈਖਰੀ ਆਵਾਜ਼ ਹੈ। ਤੋ ਇਹ ਚੀਜ਼ਾਂ ਵੀ ਸੋਚਣ ਵਿਚਾਰਨ ਵਾਲੀਆਂ। ਆਪਣਾ ਅਨੁਭਵ ਦੇਖੋ, ਤੁਸੀਂ ਵੀ ਵਿਚਾਰੋ। ਅਤੇ ਗੁਰਬਾਣੀ 'ਚ ਸਾਨੂੰ ਹਦਾਇਤ ਹੈ ਵੀ 8 ਪਹਿਰ ਨਾਮ ਜਪਣਾ, ਹਰ ਸਵਾਸ ਦੇ ਨਾਲ, ਹਰ ਗ੍ਰਾਸ ਦੇ ਨਾਲ ਨਾਮ ਜਪਣਾ। ਇਹ ਪੋਸੀਬਲ ਹੈ। ਗੁਰਬਾਣੀਕਾਰਾਂ ਨੇ ਕੋਈ ਗੱਲ ਅਲੋਕਾਰੀ ਨਹੀਂ ਲਿਖੀ, ਸਭ ਉਹਨਾਂ ਨੇ ਆਪਣੇ ਪਿੰਡੇ 'ਤੇ ਹੰਢਾ ਕੇ ਲਿਖੀਆਂ ਹੋਈਆਂ। ਜਿਨ੍ਹਾਂ ਸਾਸ ਗ੍ਰਾਸ ਨਾ ਬਿਸਰੈ, ਹਰਨਾਮਾ ਮਨ ਮਨ, ਧੰਨ ਸੇਈ ਨਾਨਕਾ ਪੂਰਨ ਸੋਈ ਸੰਤ। ਸਾਸ ਗ੍ਰਾਸ ਸਿਮਰਨ ਚੱਲਦਾ ਹੈ ਜੇ ਗੁਰੂ ਬਖਸ਼ਿਸ਼ ਕਰ ਦੇਵੇ। ਹੁਣ ਇੱਕ ਬੁੱਧੀ ਵਾਲਾ ਬੰਦਾ ਉਹਨੂੰ ਮੰਨ ਨਹੀਂ ਸਕਦਾ, ਕਿਆ ਕਰਿਆ ਜਾਵੇ? ਮਨ ਮਾਨੈ ਲੋਕ ਨਾ ਭਤੀਜੈ, ਨਾ ਭਤੀਜੈ ਤੋਂ ਕਿਆ ਕੀਜੈ। ਵੀਰ ਜੀ ਦਾ ਹੁਕਮ ਹੈ ਵੀ ਲੋਕ ਮੰਨਦੇ ਨਹੀਂ, ਮੇਰਾ ਮਨ ਮੰਨ ਗਿਆ। ਤੇ ਜੇ ਨਹੀਂ ਮੰਨਦੇ ਭਾਈ, ਮੈਂ ਕਿਆ ਕਰਾਂ ਫਿਰ? ਉਹਨਾਂ ਨੂੰ ਮਹਾਰਾਜ ਨੇ ਬਖਸ਼ਿਸ਼ ਨਹੀਂ ਕਰੀ ਹੋਈ। ਚਲੋ, ਇਹ ਜਿਹੜਾ ਵਿਚਾਰ ਹੈ ਅੱਧ ਚੇਤਨ ਮਨ ਦੇ, ਇਹ ਬਹੁਤ ਸਾਰਾ ਗੁਰਬਾਣੀ ਦਾ ਜਿਹੜਾ ਹਿੱਸਾ ਹੈ ਇਹਨਾਂ ਪਰ ਲਾਗੂ ਹੁੰਦਾ। ਅਜੱਪਾ ਜਿਹਨੂੰ ਕਹਿੰਦੇ ਆਪਾਂ। ਇਹ ਜਿਹੜੇ ਸਬਲਾਈਮੀਨਲ ਖਿਆਲ ਹੈ, ਇਹ ਸੁੱਤੇ ਮਨ 'ਚ ਵੀ ਹੈ, ਅਚੇਤ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ, ਅਵਚੇਤਨ ਜਿਹਨੂੰ ਕਹਿੰਦੇ, ਉਹਦੇ ਵਿੱਚ ਵੀ ਹੈ। ਪਿਛਲੇ ਜਨਮਾਂ ਦੇ ਸੰਸਕਾਰ ਭਰੇ ਪਏ ਇਹਨਾਂ 'ਚ। ਜੋ ਕੁਛ ਆਪਾਂ ਕਰਕੇ ਆਏ ਹਾਂ ਪਹਿਲਾਂ, ਉਹ ਸਾਰਾ ਵਿੱਚ ਹੈ ਇਹਨਾਂ ਦੇ। ਦਬੀਆਂ ਹੋਈਆਂ ਖਾਹਿਸ਼ਾਂ, ਆਦਤਾਂ, ਡਰ, ਫੋਬੀਆਜ਼, ਪਰਸੈਪਸ਼ਨਜ਼, ਧਾਰਨਾਵਾਂ, ਇਹ ਸਾਰਾ ਕੁਝ ਮਨ ਦੇ ਵਿੱਚ, ਅਚੇਤ ਵਿੱਚ ਪਿਆ ਔਰ ਅਵਚੇਤਨ 'ਚ ਪਿਆ। ਸਾਡੇ ਮਨ ਨੇ ਆਪਣੀ ਸੁਵਿਧਾ ਖਾਤਰ ਇਹ ਖਿਆਲ ਦਬਾ ਕੇ ਰੱਖੇ ਹੋਏ ਹੈ। ਇਹ ਫਰਾਇਡ ਕਹਿੰਦਾ
ਪਰ ਵਿਲਸਨ ਕਹਿੰਦਾ ਵੀ ਨਹੀਂ, ਇਹ ਦਬਾਏ ਨਹੀਂ ਗਏ ਹੈ, ਇਹ ਐਫੀਸ਼ੀਐਂਸੀ ਕਰਕੇ ਹੈ, ਜਿਨ੍ਹਾਂ ਦੀ ਲੋੜ ਹੈ ਉਹਨਾਂ ਨੂੰ ਕੱਢ ਲੈਂਦਾ, ਬਾਕੀਆਂ ਨੂੰ ਦੱਬੇ ਰਹਿਣ ਦਿੰਦਾ। ਤੋ ਨਾਲ ਇਹ ਵੀ ਗੱਲ ਚੱਲਦੀ ਹੈ ਵੀ ਜਿਹੜਾ ਸਾਡਾ ਜਾਗਰਤ ਮਨ ਹੈ, ਕੌਨਸ਼ੀਅਸ, ਜਿਹਨੂੰ ਆਪਾਂ ਉੱਪਰਲਾ ਕਹਿੰਦੇ ਚੇਤਨ ਮਨ 10% ਹੈ ਜਿਹੜਾ, ਉਹ ਕੰਟੀਨਿਊਅਲ ਜਾਪ ਕਰ ਸਕਦਾ। ਕੰਟੀਨਿਊਅਲ ਮਤਲਬ ਕਦੇ ਕਰ ਲਿਆ ਕਦੇ ਨਾ ਕਰ ਲਿਆ। ਜਿਹੜਾ ਅਰਧ ਚੇਤਨ ਸਬ ਕੌਨਸ਼ੀਅਸ ਹੈ, ਅਵਚੇਤਨ ਹੈ, ਉਹਦੇ ਵਿੱਚ ਜਪ ਕੰਟੀਨਿਊਅਸ ਹੈ। ਕੰਟੀਨਿਊਅਲ ਔਰ ਕੰਟੀਨਿਊਅਸ 'ਚ ਇਹੀ ਅੰਤਰ ਹੁੰਦਾ। ਕੰਟੀਨਿਊਅਸ ਲਗਾਤਾਰ ਹੁੰਦਾ, ਕੰਟੀਨਿਊਅਲ ਕਦੇ ਹੋ ਗਿਆ ਕਦੇ ਨਾ ਹੋ ਗਿਆ, ਇਹ ਫਰਕ ਹੈ ਦੋਵਾਂ 'ਚ। ਦੁਨਿਆਵੀ ਮਨ ਬੜਾ ਖੁਟਰਾ ਔਰ ਵਿਗੜੈਲ ਹੁੰਦਾ ਹੈ, ਪਰ ਜਦ ਗੁਰੂ ਅਰਪਣ ਹੋ ਜਾਂਦਾ ਹੀ ਮਨ, ਫਿਰ ਕਹੋ ਕਬੀਰ ਜੋ ਜਾਣੇ ਭਿਓ, ਮਨ ਮਧੂਸੂਦਨ ਤਿਰ ਭਵਨ ਦਿਓ। ਫਿਰ ਇਹ ਤਿੰਨੇ ਭਵਨਾਂ ਦਾ ਦੇਵਤਾ ਯਾਨੀ ਰੱਬ ਬਣ ਜਾਂਦਾ। ਜਿਹਨੂੰ ਗੁਰਬਾਣੀ 'ਚ ਜ਼ਿਕਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਹੈ, ਤੂੰ ਜੋਤ ਸਰੂਪ ਬਣਿਆ ਹੋਇਆ, ਤੂੰ ਕੁਛ ਹੋਰ। ਤੋ ਮਨ ਦੇ ਕੋਲੇ ਚੋਇਸ ਹੈ ਵੀ ਤੈਂ ਖੁੱਟਰ ਰਹਿਣਾ ਹੈ, ਪੰਛੀ ਵਾਂਗ ਉੱਡਦੇ ਰਹਿਣਾ ਹੈ, ਭੌਂਦੇ ਰਹਿਣਾ ਹੈ, ਅਡੋਲ ਰਹਿਣਾ ਹੈ, ਡੋਲਣ ਵਾਲਾ ਬਣਨਾ ਹੈ, ਜਾਂ ਅਡੋਲ ਬਣਨਾ, ਜਾਂ ਤੈਂ ਰੱਬ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਸਥਿਰ ਕਰਨਾ। ਹੋਣਾ ਗੁਰੂ ਦੀ ਕਿਰਪਾ ਨਾਲ ਹੈ, ਪਰ ਆਪਸ਼ਨ ਹੈ ਮਨ ਦੇ, ਉਹ ਫਿਰ ਸੰਗਤ ਦੇ ਵੀ ਜਾ ਕੇ ਲਾਗੂ ਹੁੰਦੀ ਸਾਰੀ ਗੱਲ। ਗੁਰਬਾਣੀ 'ਚ ਇਸੇ ਮਨ ਨੂੰ ਕਿਤੇ ਦਿਲ ਵੀ ਕਿਹਾ ਗਿਆ, ਕਿਤੇ ਆਤਮ ਕਿਹਾ ਗਿਆ, ਕਿਤੇ ਨਿਜ ਘਰ, ਕਿਤੇ ਜੀਓ, ਕਿਤੇ ਹੰਸ, ਕਿਤੇ ਮਨੁਆ, ਕਿਤੇ ਅੰਤਸ਼ਕਰਨ। ਇਹਨਾਂ 'ਚ ਥੋੜ੍ਹਾ ਥੋੜ੍ਹਾ ਸਾਰਿਆਂ 'ਚ ਭੇਦ ਹੈ, ਲੇਕਿਨ ਆਉਂਦੇ ਸਾਰੇ ਮਨ ਖਾਤਰ ਹੈ। ਅੰਤਸ਼ਕਰਨ 'ਚ ਸਾਰੇ ਮਨ ਦੇ 5 ਹਿੱਸੇ ਆ ਜਾਂਦੇ। ਮਨੁਆ ਮਨ ਦਾ ਉਹ ਹਿੱਸਾ ਜਿਹੜਾ ਬਾਹਰ ਭੱਜਦਾ ਨੱਠਦਾ। ਹੰਸ ਆਤਮਾ ਨੂੰ ਕਹਿੰਦੇ ਆ। ਨਿੱਜ ਘਰ ਉਹ ਹੈ ਜਿੱਥੇ ਪਰਮਾਤਮਾ ਦਾ ਵਾਸਾ ਹੈ, ਜਿੱਥੇ ਇੱਕ ਸੰਤ ਨਾਮ ਪ੍ਰਾਪਤ ਕਰਕੇ ਜਿਹਦੇ ਵਿੱਚ ਦਾਖਲ ਹੁੰਦਾ। ਦਿਲ ਔਰ ਆਤਮਾ ਇਹ ਵੀ ਬਾਹਰਲੇ ਮਨ ਨੂੰ ਕਿਹਾ ਜਾਂਦਾ। ਸਿੱਧਾ ਨੇ ਸਵਾਲ ਕਰਿਆ ਸੀ, ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸਸ ਕਰ ਸੂਰ ਸਮਾਵੈ। ਕਿੱਕਣ ਆਪਣੇ ਮੂਲ ਨੂੰ ਪਛਾਣੀਏ। ਇਹ ਗੁਰੂ ਨਾਨਕ ਪਾਤਸ਼ਾਹ ਜੀ ਉਹ ਤਾਂ ਬਾਲਕਾ ਹੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਨੂੰ ਵੀ ਸਾਨੂੰ ਇਹ ਸਮਝਾ ਵੀ ਤੁਸੀਂ ਕਹਿ ਰਹੇ ਹੋ, ਉਹ ਤਾਂ ਤੂੰ ਸ਼ਬਦ ਵਰਤਦੇ ਹੋਣੇ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿੱਕਣ ਪਛਾਣੀਏ ਮੂਲ ਨੂੰ, ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸਸ ਕਰ ਸੂਰ ਸਮਾਵੈ। ਕਿਵੇਂ ਚੰਦਰਮਾ ਦੇ ਘਰ 'ਚ ਸੂਰਜ ਜਾਵੇ। ਜਵਾਬ ਪਾਤਸ਼ਾਹਾਂ ਦਾ ਇਹ ਸੀਗਾ, ਸਿੱਧ ਗੋਸ਼ਟ ਵਿੱਚ ਹੈ, ਇਹ ਮਨ ਨਿਸ਼ਚਲ ਹਿਰਦੈ ਵਸੀਲੇ, ਗੁਰਮੁਖ ਮੂਲ ਪਛਾਣ ਰਹਿ। ਗੁਰਮੁਖਾਂ ਦੇ ਨਾਲ ਜੁੜੋ, ਸੰਤ ਨੂੰ ਟੋਲੋ। ਜੇ ਕੁਛ ਵੀ ਨਹੀਂ ਮਿਲਦਾ ਤਾਂ ਗੁਰਬਾਣੀ ਗੁਰੂ ਆਪਣੇ ਕੋਲ ਹੈ, ਉਹਦੇ ਨਾਲ ਜੁੜੋ, ਸਾਨੂੰ ਮੂਲ ਦੀ ਪਛਾਣ ਹੋ ਜੂਗੀ। ਮਨ ਸਾਡਾ ਜਿਹੜਾ ਉਹ ਹਿਰਦੇ 'ਚ ਵਸ ਜੂਗਾ, ਨਿਸ਼ਚਲ ਹੋ ਜੂਗਾ। ਇਹੀ ਮਨ ਹਿਰਦੇ 'ਚ ਵੜ ਕੇ, ਇਹੀ ਸੂਰਜ ਹੀ ਮਨ ਚੰਦਰਮਾ ਦੇ ਨਾਲ ਵਿੱਚ ਵੜ ਕੇ ਠੰਡਾ ਔਰ ਨਿਸ਼ਚਲ ਹੋ ਜੂਗਾ, ਤਪਣੇ ਤੋਂ ਹਟ ਜੂਗਾ। ਸੋ ਬਹੁਤ ਇਹ ਜਿਹੜਾ ਫਲਸਫਾ ਇਹਦੇ 'ਚ ਬੜੇ ਡੂੰਘੇ ਸ਼ਬਦ ਹੈ। ਸਿੱਧ ਗੋਸ਼ਟ ਵਿੱਚ ਤਾਂ ਬਹੁਤ ਐਸਾ ਵਿਚਾਰ ਕਰਿਆ ਹੋਇਆ। ਸਿੱਧਾਂ ਨੇ ਸਵਾਲ ਕਰਿਆ ਸੀ, ਹਿਰਦਾ ਦੇਹ ਨਾ ਹੋਤੀ ਅਵਧੂ ਤਉ ਮਨ ਕੈਠੇ ਰਹਿਤਾ। ਇਹ ਮਨ ਕਿੱਥੇ ਰਹਿੰਦਾ ਸੀ ਜਦੋਂ ਹਿਰਦਾ ਵੀ ਨਹੀਂ ਸੀ, ਦੇਹ ਵੀ ਨਹੀਂ ਸੀਗੀ। ਤਾਂ ਪਾਤਸ਼ਾਹਾਂ ਦਾ ਉੱਤਰ ਹੈ, ਹਿਰਦਾ ਦੇਹ ਨਾ ਹੋਤੀ ਅਵਧੂ ਤਉ ਮਨ ਸੁਨ ਰਹਿ ਬੈਰਾਗੀ। ਜਦ ਹਿਰਦਾ ਦੇਹ ਕੁਛ ਵੀ ਨਹੀਂ ਥਾ, ਹੇ ਅਵਧੂਤ, ਤਾਂ ਮਨ ਸੁੰਨ ਵਿੱਚ ਰਹਿੰਦਾ ਸੀ। ਧੁਨੀ 'ਚ ਨਹੀਂ ਸੀ ਰਹਿੰਦਾ, ਸੁੰਨ ਵਿੱਚ ਰਹਿੰਦਾ ਸੀ। ਤੋ ਸਮਸ਼ਤ ਬਰੇਜ਼ ਇੱਕ ਮਹਾਂਪੁਰਸ਼ ਹੋਇਆ ਜਿਹਦੀ ਪੁੱਠੀ ਖੱਲ ਲਵਾਤੀ ਸੀ ਮੁਲਤਾਨ ਦੇ ਵਿੱਚ। ਉਹਨੇ ਆਪਣੀਆਂ ਪਿਛਲੇ ਜਨਮ ਦੀਆਂ 9 ਮਾਵਾਂ ਦਾ ਜ਼ਿਕਰ ਕਰਿਆ ਹੈਬਰੀਊ ਭਾਸ਼ਾ 'ਚ। ਉਹਨੇ ਇਹ ਵੀ ਲਿਖਿਆ, ਆਦਮ ਨਾ ਬੂਦੋ ਮਨ ਬੂਦਨ। ਜਦ ਬੰਦਾ ਨਾ ਬੰਦੇ ਦੀ ਜਾਤ ਸੀਗੀ, ਮਨ ਉਦੋਂ ਵੀ ਸੀਗਾ। ਦੇਖੋ ਬਹੁਤ ਬੜੀ ਗੱਲ ਹੈ, ਗੁਰਬਾਣੀ ਨਾਲ ਮੇਲ ਖਾਂਦੀ। ਮਨ ਮਰਦਾ ਨਹੀਂ ਹੈ, ਨਾਲ ਚਲੇ ਜਾਂਦਾ। ਉਸ ਤਰ੍ਹਾਂ ਦੀ ਸੰਸਕਾਰ ਬਣੇ ਜਾਂਦੇ, ਅਗਲੇ ਜਨਮ ਵਿੱਚ ਉੱਕਣੇ ਫੇਰ ਪ੍ਰਗਟ ਹੋ ਜਾਂਦੇ। ਇਹ ਉਦੋਂ ਸਥਿਰ ਹੁੰਦਾ ਜਦੋਂ ਗੁਰੂ ਦੀ ਭੇਂਟ ਹੋਵੇ, ਫਿਰ ਇਹਦੀ ਜੁਗਨੀਆਂ ਖਤਮ ਹੋ ਜਾਂਦੀਆਂ। ਤੋ ਮਨ 4 ਕਿਸਮ ਤੇ ਹੁੰਦਾ ਹੈ। ਇੱਕ ਤਾਂ ਉਹ ਮਨੁਆ ਜਿਹੜਾ ਬਾਹਰ ਭਟਕਦਾ, ਦੂਜਾ ਉਹ ਜਿਹੜਾ ਮਨੁਆ ਹਿਰਦੇ 'ਚ ਵੜ ਕੇ ਨਿਸ਼ਚਲ ਹੋ ਜਾਂਦਾ, ਤੀਜਾ ਉਹ ਮਨੁਆ ਸੂਖਮ ਸਰੀਰ ਦੇ ਰੂਪ 'ਚ ਧਰਮਰਾਜ ਤੱਕ ਜਾਂਦਾ ਅਤੇ ਉੱਥੋਂ ਆਪਣੀ ਯਾਤਰਾ ਅੱਗੇ ਸ਼ੁਰੂ ਕਰਦਾ ਸਜ਼ਾ ਲਵਾ ਕੇ। ਚੌਥਾ ਉਹ ਮਨੁਆ ਜਿਹੜਾ ਹਿਰਦੇ 'ਚ ਵੜ ਕੇ ਆਤਮਾ ਨਾਲ ਮਿਲ ਕੇ ਰੱਬ 'ਚ ਸੁੰਨ ਵਿੱਚ ਮਿਲ ਜਾਂਦਾ। ਇਹ 4 ਜਗ੍ਹਾ ਮਨ ਰਹਿੰਦਾ, ਬਾਹਰ ਭਟਕਦਾ, ਹਿਰਦੇ 'ਚ ਵੜ ਕੇ ਨਿਸ਼ਚਲ ਹੁੰਦਾ,
ਸੂਖਮ ਸਰੀਰ ਦੇ ਰੂਪ 'ਚ ਯਾਤਰਾ ਕਰਕੇ ਧਰਮਰਾਜ ਤੱਕ ਜਾਂਦਾ ਜਾਂ ਫਿਰ ਪਰਮਾਤਮਾ ਦੇ ਨਾਲ ਇਹਦਾ ਮੇਲ ਹੋ ਜਾਂਦਾ। ਤੋ ਮਨ ਨੂੰ ਸਿਖਾਇਆ ਜਾ ਸਕਦਾ ਹੈ ਤਜਰਬੇ ਦੇ ਤੌਰ 'ਤੇ, ਮਨ ਯਾਨੀ ਬੁੱਧੀ ਨੂੰ। ਇਹ ਹੁੰਦਾ ਹੈ ਇੰਪੀਰੀਕਲ ਗਿਆਨ, ਜਿਹੜਾ ਸਾਇੰਸ ਵਾਲੇ ਅੱਜ ਕੱਲ੍ਹ ਕਰਦੇ। ਇੱਕ ਹੁੰਦਾ ਕਨਸੈਪਚੁਅਲ ਗਿਆਨ, ਇਹ ਹੁੰਦਾ ਐਬਸਟਰੈਕਟ ਆਈਡੀਆ, ਥਿਊਰੀ ਦੇ ਤੌਰ ਪਰ ਜਾਣਿਆ ਜਾ ਸਕਦਾ, ਪ੍ਰੈਕਟੀਕਲ ਨਹੀਂ। ਤੀਜਾ ਹੁੰਦਾ ਡਿਵਾਈਨ ਜਾਂ ਸਪਿਰਚੁਅਲ ਗਿਆਨ, ਇਹ ਸਿਖਾਇਆ ਜਾਂ ਪੜ੍ਹਾਇਆ ਨਹੀਂ ਜਾ ਸਕਦਾ। ਇਹ ਨੂਰਾਨੀ ਜਾਂ ਰੂਹਾਨੀ ਹੁੰਦਾ। ਇਹ ਕੇਵਲ ਬ੍ਰਹਮ ਦਾ ਗਿਆਨ ਹਿਰਦੇ 'ਚ ਉਤਰਦਾ। ਇੰਦਰੀਆਂ ਇਹਨੂੰ ਗ੍ਰਹਿਣ ਨਹੀਂ ਕਰ ਸਕਦੀਆਂ, ਸਾਡੀਆਂ ਅੱਖ, ਨੱਕ, ਕੰਨ, ਮਨ ਇਹਨੂੰ ਗ੍ਰਹਿਣ ਨਹੀਂ ਕਰ ਸਕਦੇ। ਇਹ ਹਿਰਦੇ ਦੇ ਵਿੱਚ ਡਾਇਰੈਕਟ ਉਤਰਦਾ ਗੁਰੂ ਵੱਲੋਂ। ਇਹ ਸਿਖਾਇਆ ਪੜ੍ਹਾਇਆ ਨਹੀਂ ਜਾ ਸਕਦਾ। ਇਹ ਪਰਫੈਕਟ ਗਿਆਨ ਹੁੰਦਾ। ਇਹਨੂੰ ਆਪਤ ਗਿਆਨ ਵੀ ਕਿਹਾ ਜਾਂਦਾ। ਹਾਇਰ ਨੌਲੇਜ ਵੀ ਆਉਂਦਾ ਉਪਨਿਸ਼ਦਾਂ ਵਿੱਚ ਇਹਦੇ ਵਾਸਤੇ ਜ਼ਿਕਰ। ਜੇ ਰੱਬ ਕਿਸੇ ਤੇ ਬਖਸ਼ਿਸ਼ ਕਰ ਦੇਵੇ, ਆਪਣੇ ਨਾਲ ਮਿਲਾ ਲਵੇ, ਇਹ ਗਿਆਨ ਉਦੋਂ ਪ੍ਰਗਟ ਹੁੰਦਾ। ਇਹ ਹਉਮੈ ਰਹਿਤ ਅਵਸਥਾ 'ਚ ਪ੍ਰਗਟ ਹੁੰਦਾ। ਤੋ ਸਾਧ ਸੰਗਤ ਜੀ, ਆਤਮਿਕ ਗਿਆਨ ਔਰ ਬ੍ਰਹਮ ਗਿਆਨ ਵਿੱਚ ਵੀ ਥੋੜ੍ਹਾ ਜਿਹਾ ਅੰਤਰ ਹੈ। ਆਤਮਿਕ ਗਿਆਨ ਆਪਣੀ ਕੋਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ, ਬ੍ਰਹਮ ਗਿਆਨ ਨਹੀਂ ਹੁੰਦਾ, ਉਹ ਕੇਵਲ ਗੁਰੂ ਬਖਸ਼ਿਸ਼ ਹੈ। ਜਿਹੜਾ ਆਤਮ ਗਿਆਨ ਹੈ ਇਹ ਮਨ ਔਰ ਆਤਮਾ ਦਾ ਗਿਆਨ ਹੈ। ਜਿਹੜਾ ਬ੍ਰਹਮ ਗਿਆਨ ਹੈ ਉਹ ਕੇਵਲ ਬ੍ਰਹਮ ਦਾ ਗਿਆਨ ਸਮੇਤ ਆਤਮਾ ਦਾ, ਕੇਵਲ ਮਾਈਂਡ ਦਾ ਗਿਆਨ ਨਹੀਂ ਹੈ, ਬ੍ਰਹਮ ਦਾ ਗਿਆਨ। ਤੋ ਆਤਮਿਕ ਗਿਆਨ ਸਿੱਖਿਆ ਜਾ ਸਕਦਾ, ਸਿਖਾਇਆ ਜਾ ਸਕਦਾ ਹੈ। ਬ੍ਰਹਮ ਗਿਆਨ ਨੂੰ ਨਾ ਕੋਈ ਸਿਖਾ ਸਕਦਾ, ਨਾ ਉਹ ਸਿੱਖਿਆ ਜਾ ਸਕਦਾ। ਇਹ ਸਿੱਧਾ ਮਨ ਚ ਉਤਰਦਾ। ਬ੍ਰਹਮ ਗਿਆਨੀ ਕੋਲ ਆਤਮਿਕ ਗਿਆਨ ਪਹਿਲਾਂ ਹੀ ਹੁੰਦਾ ਹੈ, ਬਾਅਦ ਵਿੱਚ ਫਿਰ ਬ੍ਰਹਮ ਗਿਆਨ, ਜਦੋਂ ਬ੍ਰਹਮ ਗਿਆਨ ਦੀ ਅਵਸਥਾ ਬਣਦੀ ਹੈ ਉਦੋਂ ਬ੍ਰਹਮ ਗਿਆਨ ਵੀ ਪ੍ਰਗਟ ਹੋ ਜਾਂਦਾ। ਜਿਹੜਾ ਬ੍ਰਹਮ ਗਿਆਨ ਹੈ ਉਹ ਰੂਹਾਨੀ ਔਰ ਨੂਰਾਨੀ ਹੈ, ਤੇ ਜਿਹੜਾ ਆਤਮਿਕ ਗਿਆਨ ਹੈ ਇਹ ਸਤੋਗੁਣੀ ਹੁੰਦਾ। ਆਤਮਿਕ ਗਿਆਨ ਆਬਜੈਕਟਿਵ ਹੈ ਕਾਫੀ ਹੱਦ ਤੱਕ, ਤੇ ਜਿਹੜਾ ਬ੍ਰਹਮ ਗਿਆਨ ਹੈ ਉਹ ਸਬਜੈਕਟਿਵ ਹੈ। ਇਹਨਾਂ ਵਿੱਚ ਵੀ ਰੂਹਾਨੀ ਔਰ ਨੂਰਾਨੀ ਵਿੱਚ ਵੀ ਅੱਗੇ ਭੇਦ ਹੈ ਸਾਧ ਸੰਗਤ। ਇਹਨੂੰ ਵੀ ਅਸੀਂ ਲੋਕ ਵਿਦਵਾਨ ਇੱਕੋ ਕਰੀ ਫਿਰਦੇ ਹਾਂ। ਜਿਹੜਾ ਨੂਰਾਨੀ ਗਿਆਨ ਹੈ ਉਹ ਰੱਬ ਦੇ ਨਾਲ ਵਨਨੈਸ ਹੈ, ਇੱਕ ਮਿਕਤਾ ਹੋਣੀ। ਰੂਹਾਨੀ ਵਿੱਚ ਇੱਕ ਮਿਕਤਾ ਜ਼ਰੂਰੀ ਨਹੀਂ ਹੋਵੇ। ਰੂਹਾਨੀ ਦੇ ਵਿੱਚ ਆਤਮਾ ਪਿਓਰ ਹੋ ਜਾਂਦੀ ਹੈ, ਸਪਿਰਚੁਅਲ ਬਣ ਜਾਂਦਾ ਬੰਦਾ, ਲੇਕਿਨ ਵਨਨੈਸ ਨਹੀਂ ਹੁੰਦੀ, ਉਹਦਾ ਘਾਟਾ ਹੁੰਦਾ। ਬਾਕੀ ਗੱਲਾਂ ਮਿਲਦੀਆਂ ਜੁਲਦੀਆਂ ਰੂਹਾਨੀ ਦੀਆਂ ਨੂਰਾਨੀ ਦੀਆਂ, ਜਿਹਦੇ ਵਿੱਚ ਮਾਫ ਕਰ ਦੇਣਾ, ਮੈਗਨਾਨੀਮਿਟੀ, ਦਿਆਲੂਪਣਾ, ਨਿਮਰਤਾ, ਸੱਚ ਬੋਲਣਾ, ਕਿਸੇ ਤੇ ਕੋਈ ਆਸ ਨਾ ਰੱਖਣਾ, ਨੋ ਐਕਸਪੈਕਟੇਸ਼ਨ ਜਿਹਨੂੰ ਕਹਿੰਦੇ ਆ, ਇਹ ਤਾਂ ਗੱਲਾਂ ਰੂਹਾਨੀ ਔਰ ਨੂਰਾਨੀ ਦੀਆਂ ਮਿਲਦੀਆਂ ਜੁਲਦੀਆਂ। ਪਰ ਨੂਰਾਨੀ ਦਾ ਫਰਕ ਇਹ ਹੈ ਵੀ ਨੂਰਾਨੀ ਇੱਕ ਤਾਂ ਵਨਨੈਸ, ਕੇਵਲ ਇੱਕ ਹੀ, ਉਹ ਹੀ, ਭੀ ਨਹੀਂ ਲਾਉਂਦਾ ਉਹ ਕਦੇ ਵੀ। ਜਿਹੜਾ ਰੂਹਾਨੀ ਹੈ ਉਹ ਭੀ ਲਾਉਂਦਾ ਹੈ ਵੀ ਇਹ ਵੀ ਉਹ ਵੀ, ਦੇਵੀ ਦੇਵਤੇ ਵੀ ਪਰਮਾਤਮਾ। ਲੇਕਿਨ ਜਿਹੜਾ ਨੂਰਾਨੀ ਬਣ ਗਿਆ, ਡਿਵਾਈਨ ਬਣ ਗਿਆ, ਉਹ ਹੀ ਲਾਏਗਾ ਵੀ ਕੇਵਲ ਬ੍ਰਹਮ ਹੀ, ਕੇਵਲ ਰੱਬ ਹੀ, ਭੀ ਨਹੀਂ ਲੱਗਦਾ ਕਦੇ। ਤੋ ਉਹਦਾ ਜਿਹੜਾ ਐਕਸਪੈਕਟੇਸ਼ਨ ਹੁੰਦੀ ਹੈ ਉਹ ਵੀ ਪੂਰੀ ਬਿਲਕੁਲ ਹੀ ਨਹੀਂ ਹੁੰਦੀ ਹੈ। ਜਿਹੜਾ ਬ੍ਰਹਮ ਦੇ ਨਾਲ ਮਿਲ ਗਿਆ ਯਾਨੀ ਨੂਰਾਨੀ ਬਣ ਗਿਆ, ਉਹਨੂੰ ਕੋਈ ਐਕਸਪੈਕਟੇਸ਼ਨ ਨਹੀਂ ਰਹਿ ਜਾਂਦੀ ਮਨ 'ਚ। ਹਾਲਾਂਕਿ ਉੱਧਰ ਹੁੰਦੀ ਹੈ, ਜਿਵੇਂ ਬੋਧੀ ਭਿਕਸ਼ੂ ਹੈ, ਉਹਨਾਂ ਨੂੰ ਐਕਸਪੈਕਟੇਸ਼ਨ ਰਹਿੰਦੀ ਹੈ ਵੀ ਮੈਂ ਇਸ ਦਰ 'ਤੇ ਵੀ ਮੰਗਾਂ, ਜਾ ਕੇ ਉੱਥੇ ਵੀ ਮੰਗਾਂ, ਕੁਛ ਮਿਲੇ। ਗੁਰੂ ਨੇ ਖਾਲਸੇ ਨੂੰ ਦਾਤਾ ਬਣਾਇਆ। ਇਹ ਫਰਕ ਹੈ ਡਿਵਾਈਨ ਦਾ, ਡਿਵਾਈਨ ਹੋਣ ਦਾ। ਡਿਵਿਨਿਟੀ ਔਰ ਸਪਿਰਚੁਅਲਿਟੀ 'ਚ ਹੋਰ ਵੀ ਅੰਤਰ ਹੈ। ਡਿਟੈਚਮੈਂਟ ਦਾ ਅੰਤਰ ਹੁੰਦਾ ਹੈ। ਦੇਖੋ, ਡਿਟੈਚਮੈਂਟ ਰੂਹਾਨੀ 'ਚ ਵੀ ਹੁੰਦੀ ਹੈ ਮਾਇਆ ਪ੍ਰਤੀ, ਲੇਕਿਨ ਜਿਹੜਾ ਨੂਰਾਨੀ ਹੁੰਦਾ ਹੈ ਪੁਰਸ਼, ਉਹਦੇ 'ਚ ਡਿਟੈਚਮੈਂਟ ਪੂਰੀ ਹੋ ਜਾਂਦੀ ਹੈ। ਡਿਟੈਚਮੈਂਟ ਦੀ ਡਿਗਰੀ ਦਾ ਫਰਕ ਹੁੰਦਾ। ਦਸਵੇਂ ਪਾਤਸ਼ਾਹ ਆਪਣੇ ਪੁੱਤਰਾਂ ਦੀਆਂ ਮ੍ਰਿਤਕ ਲਾਸ਼ਾਂ ਦੇ ਕੋਲ ਦੀ, ਮ੍ਰਿਤਕ ਦੇਹਾਂ ਦੇ ਕੋਲ ਦੀ ਲੰਘ ਗਏ ਚੁੱਪ ਕਰਕੇ, ਕਫਨ ਤੱਕ ਪਾਉਣ ਦੀ ਵੀ ਨਹੀਂ ਸੋਚੀ। ਹਾਲਾਂਕਿ ਭਾਈ ਦਇਆ ਸਿੰਘ ਨੇ ਕਹੀ ਸੀ ਇਹ ਬਾਤ। ਉਹ ਕਹਿੰਦੇ ਜੀ ਸਾਰੇ ਹੀ ਮੇਰੇ, ਕਿਹਦੇ ਕਿਹਦੇ ਤੇ ਪਾਉਂਗੇ, ਆਓ ਚੱਲੀਏ, ਨਜ਼ਾਕਤ ਨੂੰ ਸਮਝੋ ਸਮੇਂ ਦੀ। ਤੋ ਡਿਟੈਚਮੈਂਟ ਪੂਰੀ ਹੁੰਦੀ ਹੈ ਜਿਹੜਾ ਨੂਰਾਨੀ ਹੁੰਦਾ। ਹਾਲਾਂਕਿ ਜਿਹੜਾ ਸਪਿਰਚੁਅਲ ਹੈ ਉਹ ਵੀ ਬਹੁਤ ਉੱਤਮ ਹੁੰਦਾ, ਉੱਚਾ ਹੁੰਦਾ, ਮਾਇਆ ਦੇ ਤਿੰਨੇ ਗੁਣਾਂ ਤੋਂ ਉੱਪਰ ਹੁੰਦਾ ਉਹ। ਔਰ ਸਤੋ ਗੁਣ ਦੇ ਔਰ ਨੂਰਾਨੀ ਡਿਵਿਨਿਟੀ ਦੇ ਵਿਚਾਲੇ ਦਾ ਜਿਹੜਾ ਗੁਣ ਹੈ ਉਹ ਸਪਿਰਚੁਅਲਿਟੀ ਹੁੰਦੀ। ਉਹਦੇ 'ਚ ਇਹ ਚੀਜ਼ਾਂ ਹੁੰਦੀਆਂ, ਲੇਕਿਨ ਡਿਗਰੀ ਦਾ ਫਰਕ ਹੁੰਦਾ, ਅਜੇ ਪੂਰਨਤਾ ਨਹੀਂ ਹੋਈ ਹੁੰਦੀ। ਇਹ ਫਰਕ ਹੈ।
ਜਿਵੇਂ ਮਹਾਤਮਾ ਬੁੱਧ ਕਹਿੰਦੇ ਨੇ ਵੀ ਐਕਸਪੈਕਟ ਨਾਟ ਗਰੀਵ ਨਾਟ, ਪਰ ਜਦੋਂ ਭਿੱਖੂਆਂ ਨੂੰ ਕਿਹਾ ਵੀ ਜਾਓ ਤੁਸੀਂ ਮੰਗ ਕੇ ਲਿਆਓ ਤਾਂ ਐਕਸਪੈਕਟੇਸ਼ਨ ਤਾਂ ਬਣ ਗਈ ਵੀ ਇੱਕ ਨਹੀਂ ਮਿਲੂਗਾ ਦੂਜੇ ਦੇ ਦਰ ਤੇ ਮਿਲ ਜੂਗਾ। ਇਹ ਫਰਕ ਹੁੰਦਾ ਸੋਚਣ ਦਾ। ਜਿੰਨੇ ਵੀ ਗੁਰਬਾਣੀਕਾਰ ਹੈ ਸਾਰੇ ਨੂਰਾਨੀ ਸ਼੍ਰੇਣੀ ਚ ਆਉਂਦੇ। ਹੋਰ ਜੋ ਸਾਨੂੰ ਮੱਤ ਦਿੱਤੀ ਹੈ ਗੁਰੂ ਸਾਹਿਬ ਨੇ ਉਹਦੇ 'ਚ ਉਹ ਨਹੀਂ ਆਉਂਦੇ ਜਿਹੜੇ ਬਾਕੀ ਦੇ ਹੈ। ਬਾਰ ਬਾਰ ਵਿਚਾਰ ਕਿਆ ਕਰਨੀ ਹੈ ਨਾ ਲੈ ਕੇ ਬਾਕੀ ਨਹੀਂ ਆਉਂਦੇ ਹੈ। ਇਹ ਵਿਚਾਰ ਗੁਰਬਾਣੀ 'ਚ ਹੈ, ਆਪਣੇ ਕੋਲੋਂ ਨਹੀਂ ਕਰੀ ਜਾਂਦੀ ਕੋਈ ਵੀ ਗੱਲ। ਅਤੇ ਜਿਹੜਾ ਜਾਪ ਆਪਾਂ ਕਰਨਾ ਹੈ ਉਹ ਸੰਸਕਾਰਾਂ ਤੋਂ ਪ੍ਰੇਰਿਤ ਹੁੰਦਾ ਹੈ। ਪਿਛਲੇ ਜਨਮਾਂ ਦੇ ਸੰਸਕਾਰ ਹੁੰਦੇ ਅੰਦਰ, ਤਾਂ ਹੀ ਉਹ ਕੋਈ ਬੰਦਾ ਨਾਮ ਜਪਣ ਲੱਗਦਾ ਅਚਾਨਕ। ਕੌਡਾ ਸੱਜਣ ਜਿਹੜੇ ਬਾਅਦ 'ਚ ਅੱਛੇ ਪੁਰਸ਼ ਬਣੇ, ਸੰਤ ਬਣੇ, ਉਹਨਾਂ ਦੇ ਅੰਦਰ ਸੰਸਕਾਰ ਸੀਗੇ ਇਹਨਾਂ ਚੀਜ਼ਾਂ ਦੇ ਪਹਿਲਾਂ ਵੀ। ਗੰਨਕਾਂ ਦੇ ਅੰਦਰ ਵੀ ਸੀ। ਸਾਰੀ ਉਮਰ ਕੁਕਰਮ ਕਰਦੀ ਹੋਈ ਫਿਰ ਵੀ ਉਹ ਪਰਮਾਤਮਾ ਨਾਲ ਜੁੜੀ, ਉਹ ਪੁਰਾਣੇ ਸੰਸਕਾਰਾਂ ਕਰਕੇ। ਬੇਸ਼ੱਕ ਸਮੇਂ ਨਾਲ ਕਈ ਬਦਲਾਅ ਆ ਜਾਂਦੇ ਹੈ, ਪਰ ਜਿਹੜੇ ਅੰਦਰ ਸੰਸਕਾਰ ਪਏ ਹੁੰਦੇ ਉਹ ਕਦੇ ਨਾ ਕਦੇ ਫੁੱਟ ਪੈਂਦੇ। ਤੋ ਸਾਧ ਸੰਗਤ ਜੀ, ਉਹ ਇੱਕ ਭੇਦਾ ਭੇਦ ਗੱਲ ਗੁਰਬਾਣੀ 'ਚ ਅਕਸਰ ਆਉਂਦੀ ਹੈ, ਉਹਦੀ ਵੀ ਥੋੜ੍ਹੀ ਜਿਹੀ ਵਿਚਾਰ। ਇੱਕ ਜਗ੍ਹਾ ਜ਼ਿਕਰ ਹੈ ਗੁਰਬਾਣੀ 'ਚ, ਇੱਕ ਪਵਿੱਤਰ ਫਰਮਾਨ ਹੈ, ਡਰ ਘਰ ਘਰ ਡਰ, ਡਰ ਡਰ ਜਾਏ। ਇਹ ਏਕੜ ਸੁਣਨੇ ਵੀ ਧਨੀ ਦੀ ਸਮਝ ਆਉਣੀ। 151 ਅੰਗ ਹੈ, ਕੱਢ ਕੇ ਦੇਖਿਓ ਪੋਥੀ 'ਤੇ ਜਾਂ ਗੁਰੂ ਗ੍ਰੰਥ ਸਾਹਿਬ ਜੀ 'ਤੇ। ਡਰ ਘਰ, ਡੱਡਾ ਰਾਰੇ ਨੂੰ ਸਿਆਰੀ, ਡਰ ਵਿੱਚ ਘਰ ਹੈ, ਅੱਗੇ ਘਰ ਡਰ, ਉਹਦੇ ਰਾਰੇ ਨੂੰ ਸਿਆਰੀ ਹੈ, ਡਰ ਦਾ ਰਾਰਾ ਔਂਕੜ ਹੈ। ਡਰ ਵਿੱਚ ਘਰ ਹੈ, ਘਰ ਵਿੱਚ ਡਰ ਹੈ, ਫਿਰ ਡਰ ਡਰ ਜਾਏ। ਡੱਡਾ ਰਾਰੇ ਨੂੰ ਸਿਆਰੀ, ਅੱਗੇ ਡੱਡਾ ਰਾਰੇ ਨੂੰ ਔਂਕੜ, ਡਰ ਵਿੱਚ ਡਰ ਜਾਂਦਾ। ਹੁਣ ਦੇਖੋ ਇਹਦਾ ਅੱਖਰੀ ਅਰਥ ਇੱਕਣ ਤਾਂ ਸਮਝ ਨਹੀਂ ਆਉਣੀ। ਜੇ ਆਪਾਂ ਨੂੰ ਸਮਗਰਤਾ ਹੋਊਗੀ ਗੁਰਬਾਣੀ ਦੀ ਤਾਂ ਆਪਾਂ ਨੂੰ ਸਮਝ ਆ ਜੂਗੀ ਵੀ ਡਰ ਵਿੱਚ ਘਰ ਹੈ, ਯਾਨੀ ਜਿਹੜਾ ਸਾਨੂੰ ਨਿਰਮਲ ਡਰ ਪੈਂਦਾ ਪਰਮਾਤਮਾ ਦਾ, ਉਹਦੇ ਵਿੱਚ ਇਹ ਹਿਰਦਾ ਹੁੰਦਾ, ਔਰ ਹਿਰਦੇ ਦੇ ਵਿੱਚ ਇਹ ਨਿਰਮਲ ਭਉ ਪੈਂਦਾ ਹੈ। ਔਰ ਇਸੇ ਨਿਰਮਲ ਭਉ ਦੇ ਵਿੱਚ ਜਿਹੜਾ ਦੁਨਿਆਵੀ ਡਰ ਹੈ ਉਹ ਚਲੇ ਜਾਂਦਾ। ਸਾਹਮਣੇ ਪੋਥੀ ਖੋਲ੍ਹੋ, ਇਸ ਤਰ੍ਹਾਂ ਨਹੀਂ ਸਮਝ ਲੱਗਣੀ, ਕਿਉਂਕਿ ਸਿਹਾਰੀ ਔਰ ਔਂਕੜਾਂ ਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ। ਡਰ ਘਰ ਘਰ ਡਰ, ਡਰ ਡਰ ਜਾਏ। ਡਰ ਵਿੱਚ ਨਿਰਮਲ ਭਉ ਵਿੱਚ ਘਰ ਹੈ, ਹਿਰਦਾ ਹੈ, ਘਰ ਵਿੱਚ ਇਹ ਡਰ ਹੈ, ਉਸੇ ਵਿੱਚ ਨਿਰਮਲ ਭਉ ਹੈ, ਔਰ ਇਸੇ ਨਿਰਮਲ ਭਉ ਕਰਕੇ ਦੁਨੀਆ ਦਾ ਡਰ ਚਲੇ ਜਾਂਦਾ। ਜਦੋਂ ਸੂਰਜ ਚੜ੍ਹਦਾ ਤਾਂ ਮੋਮਬੱਤੀਆਂ, ਲਾਟੂ, ਬਲਬ ਸਭ ਫਿੱਕੇ ਪੈ ਜਾਂਦੇ, ਚੰਦਰਮਾ ਫਿੱਕਾ ਪੈ ਜਾਂਦਾ। ਉਹ ਨਿਰਮਲ ਭਉ ਹੈ ਜਿਹੜਾ, ਉਹ ਐਸੀ ਚੀਜ਼ ਹੈ। ਉਹ ਜਿਹੜਾ ਡਰ ਪੈਂਦਾ ਉਹਦਾ ਫਿਰ ਨਿਰਮਲ ਭਉ, ਉਹਦੇ ਕਰਕੇ ਦੁਨੀਆ ਦੇ ਡਰ ਹਨ ਜਿੰਨੇ ਵੀ, ਈਵਨ ਮੌਤ ਦਾ ਡਰ ਵੀ ਇਹ ਛੱਡ ਕੇ ਚਲੇ ਜਾਂਦੇ। ਐਵੇਂ ਨਹੀਂ ਆਰੇ ਹੇਠ ਬੈਠ ਹੋ ਜਾਂਦਾ। ਸੌਖਾ ਕੰਮ ਨਹੀਂ ਹੈ, ਦੁਨੀਆਦਾਰ ਤਾਂ ਸੋਚ ਵੀ ਨਹੀਂ ਸਕਦੇ ਇਸ ਗੱਲ ਨੂੰ। ਇਹ ਤਾਂ ਗੁਰਬਾਣੀਕਾਰਾਂ ਨੇ ਸਾਨੂੰ ਸਮਝਾਈ ਹੈ ਗੱਲ, ਵੀ ਜਦੋਂ ਨਿਰਮਲ ਭਉ ਪੈ ਜਾਂਦਾ ਬਾਕੀ ਦੇ ਡਰ ਛੱਡ ਕੇ ਲੰਘ ਜਾਂਦਾ। ਨਾਨਕ ਨਾਮੇ ਲਾਏ ਸਵਾਰਿਆਨ, ਸ਼ਬਦੇ ਲਏ ਮਿਲਾਏ। ਪਹਿਲਾਂ ਵੀ ਜ਼ਿਕਰ ਆਇਆ ਗੁਰਬਾਣੀ 'ਚ ਇਹਦਾ, ਅੱਜ ਦੀ ਕਥਾ 'ਚ ਵੀ ਆਇਆ ਵੀ ਨਾਮ ਦੇ ਨਾਲ ਸਾਨੂੰ ਸਵਾਰ ਦਿਓ, ਨਿਖਾਰ ਦਿਓ, ਸ਼ਬਦ ਦੇ ਨਾਲ ਮਿਲਾ ਲਓ। ਸ਼ਬਦ ਔਰ ਨਾਮ ਇਹ ਵੀ ਭੇਦਾ ਭੇਦ ਹੈ। ਜਿਵੇਂ ਡਰ ਸ਼ਬਦ ਦੋਹੇ ਰੂਪਾਂ 'ਚ ਆਉਂਦਾ ਨਿਰਮਲ ਭਉ 'ਚ ਵੀ, ਵੈਸੇ ਵੀ ਐਸੇ ਤਰੀਕੇ ਨਾਲ ਜਿਹੜੇ ਨਾਮ ਔਰ ਸ਼ਬਦ ਹੈ ਇਹ ਦੋਨੋਂ ਭੇਦਾ ਭੇਦ ਹੈ। ਇਹ ਇੱਕ ਦੂਜੇ ਖਾਤਰ ਵਰਤੇ ਜਾਂਦੇ ਆ। ਜੇ ਆਪਾਂ ਨਹੀਂ ਇਸ ਕਨਸੈਪਟ ਨੂੰ ਸਮਝਦੇ ਫਿਰ ਗੁਰਬਾਣੀ ਦੀ ਜਿਹੜੀ ਵਿਆਖਿਆ ਉਹ ਬੜੀ ਮੁਸ਼ਕਲ ਹੁੰਦੀ। ਤੋ ਸਾਧ ਸੰਗਤ ਜੀ, ਇਹ ਤਾਂ ਸੀ ਅੱਜ ਦੀ ਕੁਛ ਵਿਚਾਰ, ਥੋੜ੍ਹੀ ਜਿਹੀ ਵਿਚਾਰ। ਇੱਕ ਨੁਕਤਾ ਹੋਰ ਯਾਦ ਆ ਗਿਆ, ਇਹ ਜਿਹੜੀ ਭਗਤੀ ਆਪਾਂ ਕਰਨੀ ਹੈ ਸਬਜੈਕਟਿਵ ਹੁੰਦੀ ਹੈ, ਟਰਾਂਸੈਂਡੈਂਟਲ ਭਗਤੀ ਕਹਿੰਦੇ ਆ। ਇੱਕ ਤਾਂ ਭਗਤੀ ਹੁੰਦੀ ਹੈ ਨਾ ਸਾਕਾਰ ਮੂਰਤੀ ਦੀ ਸਾਹਮਣੇ ਰੱਖ ਕੇ, ਉਹ ਨਹੀਂ। ਟਰਾਂਸੈਂਡੈਂਟਲ ਭਗਤੀ, ਇਹਦਾ ਮਤਲਬ ਇਹ ਹੁੰਦਾ ਹੈ ਵੀ ਕਿਸੇ ਆਬਜੈਕਟ ਰਾਹੀਂ ਨਹੀਂ ਇਹ ਪ੍ਰਾਪਤ ਹੁੰਦੀ। ਸਾਡੇ ਜਿਹੜੇ ਇੰਦਰੀ ਔਰ ਮਨ ਲਿਬੜੇ ਹੋਏ ਹੈ, ਇਹ ਨਹੀਂ ਇਹਨੂੰ ਪ੍ਰਾਪਤ ਕਰ ਸਕਦੇ ਟਰਾਂਸੈਂਡੈਂਟਲ ਭਗਤੀ ਨੂੰ। ਇਹ ਬਾਹਰਲੀ ਭਗਤੀ ਕਰ ਸਕਦੇ। ਜਿਹੜੀ ਸਬਜੈਕਟਿਵ ਭਗਤੀ ਹੈ ਉਹ ਤਾਂ ਸਾਨੂੰ ਗੁਰੂ ਜੇ ਬਖਸ਼ ਦੇਵੇ ਨਾਮ ਤਾਂ ਹੀ ਹੁੰਦੀ। ਉਹਦੇ ਵਿੱਚ ਜਦੋਂ ਗੁਰੂ ਆਪਣਾ ਇੱਕ ਤੀਰ ਸਾਨੂੰ ਛੱਡ ਦਿੰਦਾ ਨਾ, ਬਾਣ ਸਾਡੇ ਲੱਗ ਜਾਂਦਾ, ਫਿਰ ਮਨ ਔਰ ਬੁੱਧੀ ਲੰਗੜਾਉਣ ਲੱਗ ਜਾਂਦੇ ਦੋਏ। ਬੁੱਧੀ ਵੀ ਮਨ ਵੀ ਇਹ ਇਹਨਾਂ ਪਰ ਚੋਟ ਵੱਜਦੀ ਹੈ। ਹਉਮੈ ਵਾਲਾ ਸੁਭਾਅ ਬਦਲ ਕੇ ਨਿਮਰਤਾ 'ਚ ਆ ਜਾਂਦਾ, ਫਿਰ ਪਰਿਪੂਰਨ ਬ੍ਰਹਮ ਤੇ ਨਿਸ਼ਾਨਾ ਲੱਗਦਾ। ਤੋ ਗੱਲ ਹਉਮੈ ਦੇ ਟੁੱਟਣ ਦੀ ਹੈ। ਸਭ ਹਉਮੈ ਕੋਈ ਬੁਰੀ ਚੀਜ਼ ਵੀ ਨਹੀਂ ਹੈ। ਦੇਖੋ ਗੁਰਬਾਣੀਕਾਰਾਂ ਨੇ ਸਾਰੇ ਪੱਖ ਦੱਸੇ। ਜੇ ਕੋ ਆਪਣੀ ਸੋਭਾ ਲੋਰੈ, ਸਾਧ ਸੰਗ ਹਉਮੈ ਛੋਰੈ।
ਸੋਭਾ ਚੰਗੀ ਗੱਲ ਹੈ ਜੇ ਇੱਕ ਦੇ ਨਾਲ ਜੁੜ ਕੇ ਹੋਵੇ। ਆਪਣੀ ਮੈਂ ਛੱਡ ਕੇ ਫਿਰ ਵਡਿਆਈ ਤਾਂ ਹੋਣੀ ਓ ਹੋਣੀ ਹੈ। ਸਾਰੇ ਜਹਾਨ ਨੇ ਚਰਨਾਂ 'ਚ ਵੀ ਪੈਣਾ ਹੈ। ਜਿਨ ਕੋ ਆਪ ਦੇ ਵਡਿਆਈ ਜਗਤ ਕੀ ਆਪੇ ਆਣ ਤਿਨ ਕੋ ਪੈਰੀ ਪਾਏ। ਜਗਤ ਨੇ ਪੈਰੀ ਪੈਣਾ ਹੈ, ਪਰ ਉਹ ਫਿਰ ਆਪਣੀ ਮੈਂ ਛੱਡ ਕੇ ਦੁਬਾਰਾ ਜਿਹੜੀ ਵਡਿਆਈ ਹੋਣੀ ਹੈ ਉਹਦੀ ਗੱਲ ਹੈ। ਜਿਹੜੀ ਦੁਨਿਆਵੀ ਵਡਿਆਈ ਆਪਾਂ ਚਾਹੁੰਦੇ ਹਾਂ ਉਹ ਕਬੂਲ ਨਹੀਂ ਹੈ ਗੁਰਬਾਣੀ 'ਚ। ਜੇ ਕੋਈ ਲੋੜਦਾ ਵੀ ਮੇਰੀ ਸੋਭਾ ਹੋਵੇ ਤਾਂ ਸਾਧੂ ਦੀ ਸੰਗਤ ਕਰਕੇ ਹਉਮੈ ਨੂੰ ਛੱਡਿਆ ਪਹਿਲਾਂ, ਫਿਰ ਸੋਭਾ ਜਿਹੜੀ ਹੋਊਗੀ ਉਹਦਾ ਕੋਈ ਲੇਖਾ ਨਹੀਂ ਹੋਊ। ਰਹਿੰਦੇ ਯੁੱਗਾਂ ਤੱਕ ਉਹ ਸੋਭਾ ਹੁੰਦੀ ਰਹੂਗੀ। ਕਬੀਰ ਜੀ, ਬਾਬਾ ਰਵਿਦਾਸ ਜੀ ਬਨਾਰਸ 'ਚ ਰਹਿੰਦੇ ਹੋਏ ਇਹ ਭਗਤੀ ਕਰੀ ਉਹਨਾਂ ਨੇ, ਟਰਾਂਸੈਂਡੈਂਟਲ ਸਬਜੈਕਟਿਵ ਭਗਤੀ, ਇੱਕ ਦੀ ਭਗਤੀ। ਹੁਣ ਤੱਕ ਅਮਰ ਹੈ, ਦੇਖੋ ਰਹਿਣਾ ਵੀ ਅਮਰ ਹੈ। ਆਪਾਂ ਸਾਰੀ ਦੁਨੀਆ ਵਰਲਡ ਨੂੰ ਨਮਸਕਾਰ ਕਰਦੀ ਜਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰਾਂ ਕਰਨਾ। ਤਾਂ ਇਹ ਚੀਜ਼ ਦਾ ਫਰਕ ਹੈ। ਇਹੀ ਭਗਤੀ ਗੁਰਬਾਣੀ 'ਚ ਹੈ। ਦਿਓ ਆਗਿਆ, ਕੋਈ ਅਪਸ਼ਬਦ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।